गलातियों की पत्री 5 अध्याय उसकी 7 आयत से हम देखेंगे। चंगी तरह दौड़दे सौ किने थानू ढक लिया भई तुसी सच्चाई नू ना मनो। तुम तो भली भांति दौड़ रहे थे, अब सत्य को मानने में किसने बाधा डाल दी। तुसी बहुत अच्छी तरह दौड़दे सी। ਇਹ ਗਲਾਤੀਆਂ ਦੀ ਕਲੀਸਿਆ ਨੂੰ ਇਹ ਵਚਨ ਪਰਮੇਸ਼ਵਰ ਦੇ ਸੇਵਕ ਦੇ ਦੁਆਰਾ ਲਿਖਿਆ ਜਾ ਰਿਹਾ। ਇਹ ਉਹ ਕਲੀਸਿਆ ਜਿਹੜੀ ਪ੍ਰਭੂ ਯਿਸੂ ਮਸੀਹ ਤੇ ਈਮਾਨ ਰੱਖਦੀ ਆ, ਜਿਹੜੀ ਪ੍ਰਭੂ ਯਿਸੂ ਮਸੀਹ ਨਾਲ ਚੱਲਣ ਦਾ ਡਿਸੀਜਨ ਲੈ ਚੁੱਕੀ ਆ, ਉਹਨਾਂ ਨੂੰ ਇਹ ਵਚਨ ਲਿਖਿਆ ਜਾ ਰਿਹਾ। ਤੁਸੀਂ ਤਾਂ ਅੱਛੀ ਰੀਤੀ ਨਾਲ ਦੌੜਦੇ ਸੀ, ਕਿਉਂਕਿ ਹਰ ਇੱਕ ਵਿਸ਼ਵਾਸੀ ਇਮਾਨਦਾਰ ਭੈਣ ਭਾਈ ਇੱਕ ਦੌੜ ਦੇ ਵਿੱਚ ਆ ਕਿ ਅਸੀਂ ਸੰਸਾਰ ਦੇ ਵਿੱਚੋਂ ਦੌੜ ਪੂਰੀ ਕਰਕੇ ਅਸੀਂ ਸਵਰਗ ਰਾਜ ਵਿੱਚ ਪ੍ਰਵੇਸ਼ ਕਰਨਾ ਹੈ। ਔਰ ਇਹ ਕਲੀਸਿਆ ਅੱਛੀ ਰੀਤੀ ਨਾਲ ਦੌੜਦੀ ਹੈ, ਈਮਾਨ ਰੱਖਦੀ ਆ, ਪਰ ਦੌੜਦੀ ਇਹ ਭਟਕ ਜਾਂਦੀ ਹੈ। ਅੱਜ ਵੀ ਬਹੁਤ ਸਾਰੇ ਈਮਾਨਦਾਰ ਲੋਕ ਦੌੜ ਤੇ ਸ਼ੁਰੂ ਕਰਦੇ ਆ ਆਤਮਾ ਦੇ ਨਾਲ, ਪਰ ਦੌੜਦੇ ਉਹ ਦੁਨਿਆਵੀ ਗੱਲਾਂ ਵੱਲ ਭਟਕ ਜਾਂਦੇ ਆ। ਸੰਸਾਰ ਦੀਆਂ ਗੱਲਾਂ ਜਿਹੜੀਆਂ ਆ ਉਹ ਆਪਣੇ ਵੱਲ ਅਟਰੈਕਟ ਕਰਦੀਆਂ, ਖਿੱਚ ਲੈਂਦੀਆਂ ਆ, ਤਾਂ ਪਰਮੇਸ਼ਵਰ ਦੇ ਰਸਤੇ ਤੋਂ ਭਟਕ ਜਾਂਦੇ ਆ। ਹਰ ਇੱਕ ਵਿਸ਼ਵਾਸੀ ਇਹ ਗੱਲ ਆਖਦਾ ਕਿ ਮੈਂ ਦੌੜ ਵਿੱਚ ਹਾਂ। ਹਰ ਇੱਕ ਮੰਨਣ ਵਾਲਾ ਇਹ ਗੱਲ ਕਹਿੰਦਾ ਕਿ ਅਸੀਂ ਸਵਰਗ ਰਾਜ ਵਿੱਚ ਪ੍ਰਵੇਸ਼ ਕਰਨਾ। ਹਰ ਇੱਕ ਇਹ ਗੱਲ ਕਹਿੰਦਾ ਕਿ ਅਸੀਂ ਮਸੀਹ ਨੂੰ ਮੰਨਦੇ ਹਾਂ। ਹਰ ਇੱਕ ਇਹ ਗੱਲ ਕਹਿੰਦਾ ਕਿ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਲ ਚੱਲਦੇ ਹਾਂ। ਇਹ ਜਿਹੜੀ ਦੌੜ ਆ ਇਹ ਦੁਨਿਆਵੀ ਦੌੜ ਦੀ ਗੱਲ ਨਹੀਂ ਕਰ ਰਿਹਾ ਪਰਮੇਸ਼ਵਰ, ਇਹ ਆਤਮਿਕ ਦੌੜ ਦੀ ਗੱਲ ਕਰ ਰਿਹਾ ਕਿ ਧਰਤੀ ਦਾ ਸਫ਼ਰ ਪੂਰਾ ਕਰਕੇ ਅਸੀਂ ਸਵਰਗ ਰਾਜ ਵਿੱਚ ਪਰਮੇਸ਼ਵਰ ਦੇ ਨਾਲ ਪ੍ਰਵੇਸ਼ ਕਰਨਾ ਆ, ਉਹਦੇ ਰਾਜ ਵਿੱਚ ਪ੍ਰਵੇਸ਼ ਕਰਨਾ ਆ। ਅਗਰ ਜਿਹਨੇ ਉਹਦੇ ਰਾਜ ਵਿੱਚ ਪ੍ਰਵੇਸ਼ ਕਰਨਾ, ਉਹ ਦੌੜਨਾ ਉਹ ਦੌੜ ਦੌੜੂਗਾ ਜਿਹੜੀ ਦੌੜ ਦੇ ਨਾਲ ਉਸ ਰਾਜ ਵਿੱਚ ਪ੍ਰਵੇਸ਼ ਕੀਤਾ ਜਾ ਸਕੇ। ਉਹ ਕਹਿੰਦਾ ਤੁਸੀਂ ਦੌੜਦੇ ਤੇ ਬਹੁਤ ਅੱਛੀ ਰੀਤੀ ਨਾਲ ਸੀ, ਪਰ ਤੁਹਾਨੂੰ ਕਿਹਨੇ ਡੱਕ ਲਿਆ। ਤੁਹਾਨੂੰ ਡੱਕ ਲੈਂਦੀਆਂ ਚੀਜ਼ਾਂ, ਖਿੱਚ ਲੈਂਦੀਆਂ ਚੀਜ਼ਾਂ, ਰੋਕਦੀਆਂ ਚੀਜ਼ਾਂ, ਸਰੀਰ ਦੀ ਅਭਿਲਾਸ਼ਾ ਰੋਕਦੀ ਆ, ਸੰਸਾਰ ਦੀ ਸੁੰਦਰਤਾ ਰੋਕਦੀ ਆ, ਸੰਸਾਰ ਦੇ ਪਾਪ ਆਵਾਜ਼ਾਂ ਮਾਰਦੇ ਆ, ਸੰਸਾਰ ਦੀਆਂ ਗੱਲਾਂ ਸਾਨੂੰ ਆਪਣੇ ਵੱਲ ਖਿੱਚਦੀਆਂ ਆ ਕਿ ਤੂੰ ਵੀ ਇਹ ਕਰ ਸਕਦਾ ਆ, ਇਹਦੇ ਵਿੱਚ ਬਹੁਤ ਇੰਜੋਏ ਆ, ਤੂੰ ਕਿਹੜੀ ਜ਼ਿੰਦਗੀ ਦੇ ਵਿੱਚ ਬੈਠਾ ਆ, ਛੱਡ ਦੇ, ਕੋਈ ਨਹੀਂ ਦੇਖਦਾ। ਦੌੜਨ ਵਾਲੇ ਨੂੰ ਅੱਛਾ ਦੌੜਨ ਵਾਲੇ ਨੂੰ, ਪ੍ਰਾਰਥਨਾ ਕਰਨ ਵਾਲੇ ਨੂੰ, ਰੋਜ਼ਾ ਰੱਖਣ ਵਾਲੇ ਨੂੰ, ਬਾਈਬਲ ਪੜ੍ਹਨ ਵਾਲੇ ਨੂੰ, ਬਾਈਬਲ ਤੇ ਚੱਲਣ ਵਾਲੇ ਨੂੰ, ਪਰਮੇਸ਼ਵਰ ਦੀਆਂ ਗੱਲਾਂ ਤੇ ਈਮਾਨ ਰੱਖਣ ਵਾਲੇ ਨੂੰ ਇਹ ਸੰਸਾਰ ਆਪਣੇ ਵੱਲ ਖਿੱਚਦਾ ਆ। ਤਾਂ ਇਹ ਉਹਨੇ ਲਿਖਿਆ ਅੱਛੀ ਤਰ੍ਹਾਂ ਤੋਂ ਦੌੜਦਾ ਸੀ ਤੂੰ, ਅੱਛੀ ਤਰ੍ਹਾਂ ਤੋਂ ਦੌੜਦੇ ਸੀ। ਆਹ ਕਲੀਸਿਆ ਕਿਹੜੀਆਂ ਚੀਜ਼ਾਂ ਨੇ ਡੱਕਿਆ ਤੁਹਾਨੂੰ, ਕਿਹੜੀਆਂ ਚੀਜ਼ਾਂ ਨੇ ਰੋਕਿਆ ਤੁਹਾਨੂੰ। ਅੱਗੇ ਪੜ੍ਹੀਏ। ਤੁਸੀਂ ਸੱਚਾਈ ਨੂੰ ਨਾ ਮੰਨੋ, ਇਹ ਖਚਰ ਵਿਦਿਆ ਤੁਹਾਡੇ ਛੱਡਣ ਵਾਲੇ ਵੱਲੋਂ ਨਹੀਂ, ਥੋੜਾ ਜਿਹਾ ਜ਼ਮੀਨ ਸਾਰੀ ਤੋੜ ਨੂੰ ਖਮੀਰਿਆ ਕਰ ਦਿੰਦਾ ਹੈ। ਬਹੁਤ ਸੋਹਣਾ ਦੌੜਦੇ ਸੀ, ਪਰ ਕਿਹੜੀ ਵਿਦਿਆ ਆ ਗਈ? ਖੱਚਰ ਵਿਦਿਆ ਆ ਗਈ। ਖੱਚਰ ਵਿਦਿਆ ਉਹ ਹੁੰਦੀ ਹੈ ਜਿਹੜੀ ਤੁਹਾਡੇ ਸਹੀ ਰਸਤੇ ਤੋਂ ਤੁਹਾਡਾ ਮਨ ਜਿਹੜਾ ਭਟਕਾ ਦੇਵੇ। ਤੁਸੀਂ ਦੇਖੋ ਜਦੋਂ ਦੌੜਨ ਵਾਲੇ ਦੌੜਦੇ ਹੁੰਦੇ ਆ ਨਾ, ਜਦੋਂ ਕਿਸੇ ਵੀ ਚੀਜ਼ ਦਾ ਮੈਚ ਲੱਗਾ ਹੋਵੇ, ਕੰਪੀਟੀਸ਼ਨ ਹੋ ਰਿਹਾ ਹੋਵੇ, ਤੇ ਪਿੱਛੋਂ ਆਵਾਜ਼ਾਂ ਵੀ ਹੁੰਦੀਆਂ ਹੋਰ ਤੇਜ਼ ਉਹ ਆਪਣੇ ਨੂੰ ਆਵਾਜ਼ਾਂ ਮਾਰਦੇ, ਉਹ ਆਪਣੇ ਨੂੰ ਆਵਾਜ਼ਾਂ ਮਾਰਦੇ ਆ। ਪਰ ਕਦੀ ਦੇਖਿਓ ਜਿਹੜਾ ਦੌੜਨ ਵਾਲਾ ਆ ਉਹ ਕਦੀ ਵੀ ਆਵਾਜ਼ਾਂ ਵੱਲ ਧਿਆਨ ਨਹੀਂ ਦਿੰਦਾ, ਉਹ ਕਦੀ ਵੀ ਪਿੱਛੇ ਮੁੜ ਕੇ ਨਹੀਂ ਦਿੰਦਾ ਧਿਆਨ ਕਿ ਸ਼ਾਇਦ ਮੇਰਾ ਕੋਈ ਸਕਾ ਫਰੈਂਡ ਆਇਆ ਹੋਵੇ, ਸ਼ਾਇਦ ਕੋਈ ਮੇਰਾ ਬਹੁਤ ਕਲੋਜ਼ ਫਰੈਂਡ ਹੋਵੇ, ਮੇਰੀ ਮਾਂ, ਮੇਰਾ ਬਾਪ, ਮੇਰੀ ਭੈਣ, ਮੇਰਾ ਭਾਈ, ਸ਼ਾਇਦ ਉਹ ਆਇਆ ਹੋਵੇ। ਉਹਦਾ ਲਕਸ਼ ਇੱਕੋ ਹੀ ਹੁੰਦਾ ਕਿ ਮੈਂ ਜਿਹੜੀ ਦੌੜ ਵਿੱਚ ਦੌੜਦਾ ਆ, ਆਵਾਜ਼ਾਂ ਮੈਨੂੰ ਹਜ਼ਾਰਾਂ ਆ ਸਕਦੀਆਂ ਆ, ਪਰ ਮੈਂ ਦੌੜਨਾ ਮਸੀਹ ਦੀ ਦੌੜ ਨੂੰ ਪੂਰਾ ਕਰਨਾ ਹੈ। ਮੈਂ ਆਪਣਾ ਲਕਸ਼ ਇੱਕੋ ਹੀ ਗੱਲ ਵੱਲ ਰੱਖਣਾ, ਕਿਤੇ ਮੇਰਾ ਧਿਆਨ ਭਟਕ ਬੋਲੋ ਹਾਲੇਲੂਇਆ। ਉਹ ਕਹਿੰਦਾ ਤੁਸੀਂ ਤੇ ਦੌੜਦੇ ਸੀ, ਪਰ ਖੱਚਰ ਵਿਦਿਆ ਆ ਗਈ ਹੈ।
ਅੱਜ ਕੱਲ ਸਮਾਜ ਵਿੱਚ ਬਹੁਤ ਖੱਚਰ ਵਿਦਿਆ ਆ ਗਈ। ਤੁਹਾਨੂੰ ਲੋਕ ਕਹਿਣਗੇ ਕੋਈ ਗੱਲ ਨਹੀਂ ਤੁਸੀਂ ਕਰ ਸਕਦੇ ਆ, ਕੋਈ ਗੱਲ ਨਹੀਂ ਤੁਸੀਂ ਆ ਵੀ ਕਰ ਸਕਦੇ ਆ, ਉਹ ਵੀ ਕਰ ਸਕਦੇ ਆ। ਇਹ ਖੁੱਲਾ ਦਰਵਾਜ਼ਾ ਹੈ ਜਿਹੜੀ ਇਹ ਸਿੱਖਿਆ ਦਿੰਦੇ ਆ। ਪਰ ਜਿਹੜੇ ਲੋਕ ਦੌੜ ਵਿੱਚ ਦੌੜਦੇ ਆ ਉਹਨਾਂ ਦੀ ਇੱਕ ਟਾਈਟ ਦਰਵਾਜ਼ਾ। ਦੌੜ ਵਿਗੜਦੀ ਕਦੋਂ? ਜਦੋਂ ਦੁਨਿਆਵੀ ਪਾਪ ਸਾਡੇ ਵਿੱਚ ਕੀ ਕਰ ਜਾਂਦਾ ਹੈ? ਪ੍ਰਵੇਸ਼ ਕਰ ਜਾਂਦਾ। ਫਿਰ ਪ੍ਰਾਰਥਨਾ ਕਰਨ ਨੂੰ ਮਨ ਨਹੀਂ ਕਰਦਾ, ਰੋਜ਼ਾ ਰੱਖਣ ਨੂੰ ਮਨ ਨਹੀਂ ਕਰਦਾ, ਬਾਈਬਲ ਪੜ੍ਹਨ ਨੂੰ ਮਨ ਨਹੀਂ ਕਰਦਾ, ਫਿਰ ਲੜਾਈਆਂ ਕਰਨ ਨੂੰ ਮਨ ਕਰਦਾ, ਗਾਲਾਂ ਕੱਢਣ ਨੂੰ ਮਨ ਕਰਦਾ, ਸ਼ਰਾਬਾਂ ਪੀਣ ਨੂੰ ਮਨ ਕਰਦਾ, ਬੇਵਿਚਾਰ ਕਰਨ ਨੂੰ ਮਨ ਕਰਦਾ, ਬੁਰੇ ਪੁੱਠੇ ਕੰਮ ਕਰਨ ਨੂੰ ਮਨ ਕਰਦਾ, ਕਿਉਂਕਿ ਦੌੜ ਤੋਂ ਕੀ ਹੋ ਗਏ? ਭਟਕ ਗਏ। दूसरा तीमुथियुस ਉਹਦਾ 2 ਅਧਿਆਇ ਉਹਦੀ 3 ਐਤ ਤੋਂ ਪੜ੍ਹੀਏ। ਮਸੀਹ ਯਿਸੂ ਦੇ ਚੰਗੇ ਸਿਪਾਹੀ ਵਾਂਗੂ ਮੇਰੇ ਨਾਲ ਦੁੱਖ ਝੱਲ, ਕੋਈ ਸਿਫਾਰਤਗਰੀ ਕਰਦਾ ਹੋਇਆ ਆਪਣੇ ਆਪ ਨੂੰ ਸੰਸਾਰ ਦੇ ਵਿਹਾਰਾਂ ਵਿੱਚ ਨਹੀਂ ਫਸਾਉਂਦਾ। ਇੱਥੇ ਪੌਲੁਸ ਰਸੂਲ ਇੱਕ ਯੰਗ ਖੁਦਾ ਦੇ ਸੇਵਕ ਨੂੰ ਸਿਖਾ ਰਿਹਾ ਹੈ। ਕਿਹਨੂੰ ਸਿਖਾ ਰਿਹਾ ਪੌਲੁਸ ਰਸੂਲ? किताब का नाम की सिखा रहे हो? थिमोथियस ਨੂੰ ਸਿਖਾ ਰਿਹਾ। थिमोथियस एक नौजवान सेवकाई ਵਿੱਚ ਨਿਕਲਿਆ ਔਰ ਸੇਵਕਾਈ ਦੇ ਵਿੱਚ ਗਿਆ ਔਰ थिमोथियस ਨੂੰ ਇੱਕ ਖਤ ਲਿਖ ਕੇ ਪੌਲੁਸ ਰਸੂਲ ਸਿੱਖਿਆ ਦੇ ਰਿਹਾ। ਹੁਣ ਪੜ੍ਹੀਏ ਫਿਰ ਇਸ ਲਾਈਨ ਨੂੰ ਦੁਬਾਰਾ। ਮਸੀਹ ਯਿਸੂ ਦੇ ਚੰਗੇ ਸਿਪਾਹੀ ਵਾਂਗੂ, ਮਸੀਹ ਯਿਸੂ ਦੇ ਚੰਗੇ ਸਿਪਾਹੀ ਵਾਂਗੂ ਮੇਰੇ ਨਾਲ ਦੁੱਖ ਝੱਲ। ਮੇਰੇ ਨਾਲ ਕੀ ਚੱਲ? ਇਹਦਾ ਮਤਲਬ ਜਿਹੜਾ ਚੰਗਾ ਸਿਪਾਹੀ ਆ ਉਹ ਮਸੀਹ ਵਿੱਚ ਦੁੱਖ ਵੀ ਕੀ ਕਰ ਜਾਂਦਾ ਹੈ? ਚੱਲ ਜਾਂਦਾ। ਜਿਹੜਾ ਮਾੜਾ ਸਿਪਾਹੀ ਆ ਉਹ ਦੁੱਖ ਵੇਲੇ ਕੀ ਕਰ ਜਾਂਦਾ ਹੈ? ਦੌੜ ਜਾਂਦਾ। ਪਰ ਇਹ ਲਿਖਿਆ ਪੌਲੁਸ ਰਸੂਲ ਕਹਿ ਰਿਹਾ ਹੈ ਤਿਮੋਥੀਅਸ ਮੇਰੇ ਨਾਲ ਮਸੀਹ ਦੇ ਚੰਗੇ ਸਿਪਾਹੀ ਵਾਂਗੂ ਕੀ ਕਰ? ਅੱਜ ਕਲੀਸਿਆ ਦੁੱਖ ਨਹੀਂ ਦੇਖਣਾ ਚਾਹੁੰਦੀ। ਅੱਜ ਕਲੀਸਿਆ ਦੁੱਖ ਦੇ ਵਿੱਚੋਂ ਨਿਕਲਣਾ ਨਹੀਂ ਚਾਹੁੰਦੀ। ਅੱਜ ਕਲੀਸਿਆ ਦੌੜ ਦੇ ਕਾਇਦੇ ਵਿੱਚ ਰਹਿਣਾ ਨਹੀਂ ਚਾਹੁੰਦੀ, ਉਹਦੇ ਰੂਲ ਰੈਗੂਲੇਸ਼ਨ ਵਿੱਚ ਰਹਿਣਾ ਨਹੀਂ ਚਾਹੁੰਦੀ। ਉਹਨਾਂ ਨੂੰ ਖੁੱਲਾ ਰਸਤਾ ਪਸੰਦ ਹੈ। ਉਹ ਦੌੜਨਾ ਤੇ ਚਾਹੁੰਦੇ ਆ ਪਰ ਦੌੜਨਾ ਆਪਣੀ ਮਰਜ਼ੀ ਨਾਲ ਚਾਹੁੰਦੇ ਆ। ਪਰ ਮਸੀਹੀ ਦੌੜ ਕਿਸੇ ਰੂਲ ਰੈਗੂਲੇਸ਼ਨ ਦੇ ਵਿੱਚ ਦੌੜਨਾ ਪੈਂਦਾ। ਉਹਦੇ ਕਾਨੂੰਨ ਆ ਜਿਹਦੇ ਵਿੱਚ ਦੌੜਨਾ ਹੈ। ਤਿਮੋਥੀਅਸ ਨੂੰ ਪੌਲੁਸ ਰਸੂਲ ਹਦਾਇਤ ਦੇ ਰਿਹਾ ਜੇ ਦੌੜਨਾ ਆ ਤੇ ਇੱਕ ਚੰਗੇ ਸਿਪਾਹੀ ਵਾਂਗੂ ਮੇਰੇ ਨਾਲ ਕੀ ਭੋਗ? ਦੁੱਖ ਝੱਲਦਾ। ਇੱਕ ਇਮਾਨਦਾਰ ਦੇ ਉੱਤੇ ਦੁੱਖ ਆਉਂਦੇ ਆ ਪਰ ਜਿਹੜਾ ਇਮਾਨਦਾਰ ਹੁੰਦਾ ਆ ਮੁੜ ਕੇ ਉਹ ਇਮਾਨਦਾਰ ਨਹੀਂ ਰਹਿੰਦਾ। ਉਹ ਦੁੱਖ ਦੇਖ ਕੇ ਕੀ ਕਰ ਜਾਂਦਾ? ਦੌੜ ਜਾਂਦਾ। ਤੁਸੀਂ ਦੇਖੋ ਜਿਹੜੇ ਪੁਲਿਸ ਵਿੱਚ ਟ੍ਰੇਨਿੰਗ ਹੁੰਦੀ, ਜਦੋਂ ਅਸੀਂ ਪੁਲਿਸ ਕੁਆਟਰ ਵਿੱਚ ਬਹੁਤ ਸਾਲ ਰਹੇ ਹਾਂ, ਬਚਪਨ ਤੋਂ ਲੈ ਕੇ ਸਾਡੇ ਵਿਆਹਾਂ ਤੱਕ ਅਸੀਂ ਪੁਲਿਸ ਕੁਆਟਰ ਵਿੱਚ ਰਹੇ ਹਾਂ। ਸਾਡੇ ਕੁਆਟਰ ਦੇ ਪਿਛਲੇ ਬੰਨੇ ਗਰਾਊਂਡ ਹੁੰਦੀ ਸੀ ਜਿੱਥੇ ਅਸੀਂ ਟ੍ਰੇਨਿੰਗ ਕਰਦੇ ਲੋਕਾਂ ਨੂੰ ਦੇਖਿਆ ਜਿਹੜੇ ਪੁਲਿਸ ਵਿੱਚ ਭਰਤੀ ਹੁੰਦੇ ਆ। ਉਹਨਾਂ ਦੀ ਟ੍ਰੇਨਿੰਗ ਬਹੁਤ ਸਖਤ ਟ੍ਰੇਨਿੰਗ ਹੁੰਦੀ, ਬਹੁਤ ਔਖੀ ਟ੍ਰੇਨਿੰਗ ਵਿੱਚੋਂ ਦੀ ਉਹਨਾਂ ਨੂੰ ਕੱਢਿਆ ਜਾਂਦਾ ਹੈ। ਪਰ ਕੁਝ ਜਵਾਨ ਉਸ ਟ੍ਰੇਨਿੰਗ ਵਿੱਚੋਂ ਦੌੜ ਜਾਂਦੇ ਕਿਉਂਕਿ ਉਹਨਾਂ ਕੋਲ ਦੁੱਖ ਝੱਲਿਆ ਨਹੀਂ ਹੁੰਦਾ। ਪਰ ਕੁਝ ਜਵਾਨ ਉਸ ਟ੍ਰੇਨਿੰਗ ਵਿੱਚ ਲੱਗੇ ਰਹਿੰਦੇ ਆ। ਫਿਰ ਉਹਨਾਂ ਦਾ ਜਿਹੜਾ ਸਰੀਰ ਆ ਉਦਾਂ ਦਾ ਹੋ ਜਾਂਦਾ। ਉਸ ਤੋਂ ਬਾਅਦ ਜਦੋਂ ਉਹ ਉਸ ਟ੍ਰੇਨਿੰਗ ਦਾ ਦੁੱਖ ਝੱਲ ਜਾਂਦੇ ਆ, ਲਾਸਟ ਵਿੱਚ ਫਿਰ ਸਰਕਾਰ ਸਾਡੇ ਦੇਸ਼ ਦੀ ਉਹਨੂੰ ਯੂਨੀਫਾਰਮ ਦਿੰਦੀ ਆ ਔਰ ਉਸ ਯੂਨੀਫਾਰਮ ਦੇ ਨਾਲ ਉਹਨੂੰ ਆਦਰ ਤੇ ਸਤਿਕਾਰ ਮਿਲਦਾ। ਬੋਲੋ ਹਾਲੇਲੂਇਆ। ਫਿਰ ਉਹੀ ਜਿਹਨੇ ਟ੍ਰੇਨਿੰਗ ਕਰਕੇ ਦੁੱਖ ਝੱਲਿਆ ਆ, ਅੱਜ ਭਾਵੇਂ ਉਹਦੇ ਤੋਂ ਵੱਧ ਕੇ ਪੜ੍ਹਿਆ ਲਿਖਿਆ, ਵੱਧ ਉਹਦੇ ਤੋਂ ਅਮੀਰ ਬੰਦਾ ਸੜਕ ਉੱਤੋਂ ਲੰਘੇ ਤੇ ਜਿਹਨੂੰ ਉਹ ਕਹਿ ਦੇਵੇ ਤੂੰ ਆਪਣੀ ਗੱਡੀ ਇੱਥੇ ਰੋਕ, ਤੇ ਉਹਨੂੰ ਗੱਡੀ ਕਿਉਂਕਿ ਉਹਨੇ ਦੁੱਖ ਝੱਲ ਕੇ ਕੀ ਪ੍ਰਾਪਤ ਕੀਤਾ? ਅਧਿਕਾਰ ਪ੍ਰਾਪਤ ਕੀਤਾ। ਚੰਗੇ ਸਿਪਾਹੀ ਵਾਂਗੂ ਮੇਰੇ ਨਾਲ ਕੀ ਚੱਲ? ਅੱਗੇ ਪੜੋ। ਕੋਈ ਸਿਫਾਰਤਗਰੀ ਕਰਦਾ ਹੋਇਆ ਆਪਣੇ ਆਪ ਨੂੰ ਸੰਸਾਰ ਦੇ ਵਿਹਾਰਾਂ ਵਿੱਚ ਨਹੀਂ ਫਸਾਉਂਦਾ। ਜਿਹੜਾ ਸਿਪਾਹੀਗਿਰੀ ਕਰਦਾ ਆ ਆਪਣੇ ਆਪ ਨੂੰ
ਆਪਣੇ ਆਪ ਨੂੰ ਸੰਸਾਰ ਦੇ ਕੰਮਾਂ ਵਿੱਚ ਜਿਹੜਾ ਸਪਾਈ ਆ ਸੰਸਾਰ ਦੇ ਕੰਮਾਂ ਵਿੱਚ ਕਈ ਇਦਾਂ ਦੇ ਪ੍ਰੋਗਰਾਮ ਹੁੰਦੇ ਸੀ ਸਾਡੇ ਪਰਿਵਾਰ ਵਿੱਚ, ਪਰ ਸਾਡੇ ਡੈਡੀ ਨੂੰ ਛੁੱਟੀ ਨਹੀਂ ਮਿਲਦੀ ਹੁੰਦੀ ਸੀ, ਕਿਉਂਕਿ ਮੇਰੇ ਡੈਡੀ ਇੱਕ ਪੰਜਾਬ ਪੁਲਿਸ ਵਿੱਚ ਅੱਛੇ ਰੈਂਕ ਤੋਂ ਰਿਟਾਇਰ ਹੋਏ। ਘਰ ਵਿੱਚ ਪ੍ਰੋਗਰਾਮ ਵੀ ਹੁੰਦਾ ਸੀ ਪਰ ਉਹਨਾਂ ਨੂੰ ਛੁੱਟੀ ਨਹੀਂ ਮਿਲਦੀ ਸੀ। ਮੈਨੂੰ ਅਜੇ ਵੀ ਯਾਦ ਆ, ਮੇਰੇ ਵੱਡੇ ਬ੍ਰਦਰ ਦਾ ਜਦੋਂ ਰਿਸ਼ਤਾ ਹੋਣਾ ਸੀ, ਜਦੋਂ ਉਹਨੂੰ ਦੇਖਣ ਵਾਸਤੇ ਆਏ ਤੇ ਇਧਰੋਂ ਉਹਨਾਂ ਨੇ ਮੁੰਡੇ ਨੂੰ ਦੇਖਣਾ ਸੀ, ਉਧਰੋਂ ਕੁੜੀ ਨੂੰ ਦੇਖਣਾ ਸੀ ਇਧਰੋਂ, ਤੇ ਡੈਡੀ ਸਾਡੇ ਨੂੰ ਛੁੱਟੀ ਨਹੀਂ ਮਿਲੀ ਸੀ, ਕਿਉਂਕਿ ਲਿਖਿਆ ਸਪਾਈਗਿਰੀ ਕਰਨ ਵਾਲਾ ਸੰਸਾਰ ਦੇ ਕੰਮਾਂ ਵਿੱਚ ਜਾਂ ਤੇ ਸੰਸਾਰ ਦੇ ਕੰਮ ਕਰਦਾ ਤੇ ਜਾਂ ਫਿਰ ਨੌਕਰੀ ਕਰਦਾ। ਜੇ ਸੰਸਾਰ ਦੇ ਕੰਮ ਕਰਨੇ ਆ ਤੇ ਨੌਕਰੀ, ਤੇ ਜੇ ਨੌਕਰੀ ਛੱਡਦੇ ਆ ਤੇ ਪਰਿਵਾਰ। ਉਹ ਮੁਲਾਜ਼ਮ ਆ ਸਰਕਾਰ ਦਾ, ਤੇ ਅਸੀਂ ਕਿਹਨੇ ਮੁਲਾਜ਼ਮ, ਕਿਹਨੇ ਬੁਲਾਇਆ ਸਾਨੂੰ? ਪ੍ਰਭੂ ਯਿਸੂ ਮਸੀਹ ਨੇ। ਤੇ ਅਸੀਂ ਸੰਸਾਰ ਦੇ ਕੰਮਾਂ ਵਿੱਚ ਬਿਜ਼ੀ ਨਹੀਂ ਕਰਨਾ, ਕੰਮਾਂ ਵਿੱਚ ਆਪਣੇ ਆਪ ਨੂੰ ਨਹੀਂ ਪਾਉਣਾ, ਬਲਕਿ ਆਪਣੇ ਭਗਤੀ ਕਰਨ ਵਾਲੇ ਨੂੰ ਕੀ ਕਰਨਾ ਹੈ? ਖੁਸ਼ ਕਰਨਾ। ਬੋਲੋ ਹਾਲੇਲੂਇਆ। ਸਪਾਈਗਿਰੀ ਕਰਨ ਵਾਲਾ, ਚੰਗਾ ਸਿਪਾਹੀ, ਚੰਗੀ ਨੌਕਰੀ ਕਰਨ ਵਾਲਾ ਆਪਣੇ ਡਿਪਾਰਟਮੈਂਟ ਦੇ ਵਫਾਦਾਰ ਰਹੇਗਾ। ਬੋਲੋ ਹਾਲੇਲੂਇਆ। ਚੰਗਾ ਇਮਾਨਦਾਰ, ਚੰਗਾ ਵਿਸ਼ਵਾਸੀ ਜਿਹੜਾ ਆਪਣੀ ਦੌੜ ਵਿੱਚ ਦੌੜਦਾ ਆ, ਉਹ ਆਪਣੀ ਲਾਈਨ ਨੂੰ ਛੱਡ ਕੇ ਇਧਰ ਉਧਰ ਨਹੀਂ ਜਾਂਦਾ, ਆਪਣੀ ਲਾਈਨ ਦੇ ਵਿੱਚ ਰਹਿ ਕੇ ਉਹ ਆਪਣੀ ਦੌੜ ਨੂੰ ਪੂਰਾ ਕਰਦਾ, ਕਿਉਂਕਿ ਉਹਨੂੰ ਪਤਾ ਜੇ ਮੈਂ ਆਪਣੀ ਲਾਈਨ ਵਿੱਚ ਰਹੂੰਗਾ ਤੇ ਮੈਨੂੰ ਇਨਾਮ ਮਿਲੂਗਾ, ਜੇ ਮੈਂ ਲਾਈਨ ਚੋਂ ਭਟਕ ਗਿਆ ਤਾਂ ਮੇਰਾ ਇਨਾਮ ਖੁੱਸ ਜਾਣਾ ਮੇਰੇ ਕੋਲ। ਅੱਜ ਕਲੀਸਿਆ ਇਦਾਂ ਹੀ ਹੋਈ ਹੈ। ਅੱਜ ਲੱਖਾਂ ਕਰੋੜਾਂ ਦੀ ਭੀੜਾਂ ਤੁਰੀਆਂ ਫਿਰਦੀਆਂ, ਅਸੀਂ ਚਰਚਾਂ 'ਚ ਜਾਂਦੇ ਆ, ਚਰਚਾਂ ਨੂੰ ਇਦਾਂ ਸਮਝਿਆ ਜਾਂਦਾ ਜਿੱਦਾਂ ਜਾਦੂਗਰੀ ਦਾ ਅੱਡਾ ਹੁੰਦਾ ਹੈ। ਚਰਚ ਜਾਦੂਗਰੀ ਦਾ ਅੱਡਾ ਨਹੀਂ ਆ। ਚਰਚ ਇੱਕ ਸਿੱਖਿਆ ਪਾਉਣ ਦੇ ਲਈ ਇੱਕ ਅੱਛਾ ਸਥਾਨ ਆ। ਇੱਥੋਂ ਕਲੀਸਿਆ ਤਿਆਰ ਹੋਣੀ ਆ, ਇੱਥੋਂ ਦੁਲਹਨ ਤਿਆਰ ਹੋਣੀ ਆ, ਜਿਹੜੀ ਦੁਲਹਨ ਨੇ ਦੌੜ ਪੂਰੀ ਕਰਕੇ ਸਵਰਗ ਰਾਜ ਵਿੱਚ ਪ੍ਰਵੇਸ਼ ਕਰਨਾ। ਬੋਲੋ ਹਾਲੇਲੂਇਆ। ਹੁਣ ਤੇ ਲੋਕ ਸੰਸਾਰ ਵਿੱਚ ਰਹਿ ਕੇ ਚਰਚ ਵਿੱਚ ਜਾਂਦੇ, ਹੁਣ ਤੇ ਸੰਸਾਰ ਦੇ ਕੰਮ ਕਰਕੇ ਚਰਚ ਵਿੱਚ ਜਾਣਾ ਚਾਹੁੰਦੇ, ਹੁਣ ਜਿੱਦਾਂ ਦੇ ਚਰਚਾਂ ਵਿੱਚ ਜਾਣਾ ਚਾਹੁੰਦੇ ਜਿੱਥੇ ਕੋਈ ਪੁੱਛੇ ਗਿੱਛੇ ਹੀ ਨਾ। ਅੱਜ ਕਿਸੇ ਨੂੰ ਕਹੋ ਨੂੰ ਗੁੱਸਾ ਲੱਗਦਾ, ਹਾਂ ਤੈਨੂੰ ਗੁੱਸਾ ਲੱਗ ਸਕਦਾ। ਜੇ ਤੂੰ ਨਾਸ਼ ਹੋਣਾ ਤੈਨੂੰ ਗੁੱਸਾ ਲੱਗੂਗਾ, ਜੇ ਤੂੰ ਸਵਰਗ ਰਾਜ ਵਿੱਚ ਜਾਣਾ ਤੈਨੂੰ ਅੱਛਾ ਲੱਗੂਗਾ। ਬੋਲੋ ਹਾਲੇਲੂਇਆ। ਅੱਗੇ ਪੜੋ। ਭਈ ਉਹ ਆਪਣੀ ਭਗਤੀ ਕਰਨ ਵਾਲੇ ਨੂੰ ਪ੍ਰਸੰਨ ਕਰੇ। ਭਗਤੀ ਕਰਨ ਵਾਲਾ ਜਿਹਨੂੰ ਭਗਤੀ ਕੀਤਾ ਹੁੰਦਾ ਕਿਹਨੂੰ ਖੁਸ਼ ਕਰਦਾ? ਆਪਣੇ ਭਗਤੀ ਕਰਨ ਵਾਲੇ। ਤੇ ਅੱਜ ਵਿਸ਼ਵਾਸੀ ਕਿਹਨੂੰ ਖੁਸ਼ ਕਰਦੇ ਆ? ਬੰਦਿਆਂ ਨੂੰ। ਨਾ ਜੇ ਅਸੀਂ ਆਹ ਕੰਮ ਨਾ ਕੀਤਾ ਤਾਂ ਸਾਡੇ ਤਾਏ ਨੇ ਰੁੱਸ ਜਾਣਾ, ਜੇ ਅਸੀਂ ਆਹ ਕੰਮ ਨਾ ਕੀਤਾ ਤੇ ਇੰਗਲੈਂਡ ਵਾਲੀ ਮਾਸੀ ਨੇ ਰੁਕ ਜਾਣਾ, ਜੇ ਨਾ ਇਹਦਾ ਕੀਤਾ ਤੇ ਸਾਨੂੰ ਸਮਾਜ ਕੀ ਕਹੂਗਾ? ਸਮਾਜ ਤੇ ਕਹਿੰਦਾ ਪਾਪ ਕਰਨਾ, ਖੁਦਾ ਕਹਿੰਦਾ ਪਾਪ ਤੋਂ ਆਜ਼ਾਦ ਹੋ ਕੇ ਤੈਨੂੰ ਸਵਰਗ ਰਾਜ ਵਿੱਚ ਜਗ੍ਹਾ ਮਿਲੂਗੀ। ਬੋਲੋ ਹਾਲੇਲੂਇਆ। ਇਹ ਮੂਰਖਾਂ ਨੂੰ ਐਵੇਂ ਗੱਲਾਂ ਲੱਗਣਗੀਆਂ, ਪਰ ਨਜਾਤ ਪਾਏ ਹੋਇਆਂ ਨੂੰ ਇਹ ਬਰਕਤ ਵਾਲੀਆਂ ਗੱਲਾਂ ਲੱਗਣਗੀਆਂ। ਬੋਲੋ ਹਾਲੇਲੂਇਆ। ਪੜੋ। ਭਗਤੀ ਕਰਨ ਵਾਲੇ ਨੂੰ ਕੀ ਕਰਦਾ ਆ? ਅੱਛਾ ਸਿਪਾਹੀ ਕਿਹਨੂੰ ਖੁਸ਼ ਕਰਦਾ? ਆਪਣੇ ਭਗਤੀ ਕਰਨ ਵਾਲੇ ਨੂੰ ਖੁਸ਼ ਕਰਦਾ ਹੈ। ਹਾਂ। ਫਿਰ ਜੇ ਕੋਈ ਅਖਾੜੇ ਵਿੱਚ ਖੇਡੇ ਤਾਂ ਜਦੋਂ ਤੱਕ ਉਹ ਕਾਇਦੇ ਮੁਜਬ ਨਾ ਖੇਡੇ, ਜਿਹੜਾ ਅਖਾੜੇ ਵਿੱਚ ਖੇਡਦਾ ਆ ਜਦੋਂ ਤੱਕ ਉਹ ਕਾਇਦੇ ਮੁਜਬ ਨਾ ਖੇਡੇ ਉਹਨੂੰ ਮੁਕਤ ਨਹੀਂ ਮਿਲਦਾ। ਉਦੋਂ ਤੱਕ ਉਹਨੂੰ ਮੁਕਤ ਨਹੀਂ ਮਿਲਦਾ। ਵਿਧੀ ਦੇ ਅਨੁਸਾਰ ਹਿੰਦੀ ਚ ਲਿਖਿਆ, ਜਦ ਤੱਕ ਉਹ ਵਿਧੀ ਦੇ ਅਨੁਸਾਰ ਨਾ ਖੇਲੇ, ਜਦੋਂ ਤੱਕ ਕਾਇਦੇ ਮੁਜਬ ਦੇ ਨਾਲ ਨਾ ਖੇਲੇ। ਹਰ ਗੇਮ ਦਾ ਇੱਕ ਰੂਲ ਹੁੰਦਾ ਹੈ। ਤੁਸੀਂ ਦੇਖਿਆ ਹੋਣਾ ਫੁੱਟਬਾਲ ਦੇ ਜਿਹੜੇ ਮੈਚ ਲੱਗਦੇ ਆ, ਹਰ ਇੱਕ ਮੈਚ ਦਾ ਰੂਲ ਹੁੰਦਾ ਹੈ। ਫੁੱਟਬਾਲ ਦੀ ਗੇਮ ਦੇਖੋ, ਹਾਕੀ ਦੀ ਗੇਮ ਦੇਖੋ, ਜੇ ਫਾਲ ਕਿਹਾ ਜਾਂਦਾ
ਜਦੋਂ ਉਹਨਾਂ ਦੀ ਜਿਹੜੀ ਬਾਲ ਆ ਜਾਂ ਉਹ ਖੇਡਣ ਵਾਲਾ ਪਲੇਅਰ ਆਪਣੀ ਲਾਈਨ ਤੋਂ ਭਟਕ ਕੇ ਦੂਸਰੀ ਲਾਈਨ ਚਲਾ ਜਾਏ ਤੇ ਉਹਨੂੰ ਫਾਲ ਗਿਣਿਆ ਜਾਂਦਾ ਹੈ, ਉਹਦੇ ਕੋਲ ਗਲਤੀ ਹੋਏਗੀ ਗਿਣੀ ਜਾਂਦੀ ਆ। ਤੇ ਅੱਜ ਦੇ ਵਿਸ਼ਵਾਸੀ ਆ ਪਿੱਛੇ ਜੇ ਰੱਖੜੀਆਂ ਨਿਕਲ ਕੇ ਗਈਆਂ ਨਾ, ਕਈ ਵਿਸ਼ਵਾਸੀਆਂ ਦੇ ਗੁੱਟਾਂ ਨਾਲ ਰੱਖੜੀਆਂ ਬੰਨੀਆਂ ਦੇਖੀਆਂ ਹੈਗੇ ਦੌੜ ਵਿੱਚ ਆਓ ਹੈਗੇ ਕਾਹਦੇ ਵਿੱਚ ਅਸੀਂ ਸਵਰਗ ਜਾਣਾ। ਸਾਨੂੰ ਤੇ 20 ਸਾਲ ਹੋ ਗਏ, ਉਦੋਂ ਤਾਂ ਸਾਡਾ ਪਾਦਰੀ ਵੀ ਬਚਿਆ ਨਹੀਂ ਸੀ ਜਦੋਂ ਤੇ ਅਸੀਂ। ਵੈਰੀ ਗੁੱਡ, ਅੱਛੀ ਗੱਲ ਹੈ, ਤੈਨੂੰ ਬਹੁਤ ਸਾਲ ਹੋ ਗਏ ਪ੍ਰਭੂ ਨਾਲ ਚੱਲਦੇ ਨੂੰ, ਪਰ ਤੇਰਾ ਗੋਟਾ ਦੱਸਦਾ ਹਜੇ ਵੀ ਰੱਖੜੀ। ਰੱਖੜੀਆਂ ਬੰਨਣਗੇ, ਰੱਖੜੀਆਂ ਮਨਾਉਣਗੇ, ਦੀਵਾਲੀ ਆ ਜਾਣੀ ਹੈ, ਦੁਸਹਿਰਾ ਆ ਜਾਣਾ, ਨਿਆਣੇ ਤਿਆਰ ਕਰਾ ਕੇ ਚੱਲ ਤੇ ਦੁਸਹਿਰਾ ਦਿਖਾ ਕੇ ਲਿਆ। ਹੈਗੇ ਕਾਹਦੇ ਚ ਆ? ਦੌੜ ਚ ਅਸੀਂ ਦੌੜ ਚ ਅਸੀਂ ਤੇ ਸਵਰਗ ਰਾਜ ਵਿੱਚ ਪ੍ਰਵੇਸ਼ ਕਰਨਾ ਹੈ। ਅੱਜ ਮੰਗਲਵਾਰ ਆ, ਪਾਲਣਾ ਧੋਵੀਂ, ਕਾਲਾ ਕੱਪੜਾ ਨਾ ਪਾਵੀਂ। ਹੈਗੇ ਕਾਹਦੇ ਚ ਅਸੀਂ? ਦੌੜ ਚ। ਉਹ ਲਿਖਿਆ ਜਿਹੜਾ ਅਖਾੜੇ ਚ ਦੌੜਦਾ ਉਹ ਕਾਇਦੇ ਮੁਜ਼ਮ ਦੌੜਦਾ ਹੈ, ਉਹ ਵਿਧੀ ਦੇ ਅਕੋਰਡਿੰਗ ਦੌੜਦਾ ਹੈ, ਉਹਦੇ ਰੂਲਸ ਆ। ਇਹ ਦੁਨਿਆਵੀ ਤੌਰ ਤਰੀਕੇ, ਇਹ ਦੁਨਿਆਵੀ ਦੌੜਾਂ, ਇਹ ਸਭ ਤੁਹਾਨੂੰ ਨਾਸ਼ ਕਰ ਦੇਣਗੀਆਂ। ਅਗਰ ਤੁਸੀਂ ਦੌੜਨਾ ਚਾਹੁੰਦੇ ਹੋ, ਅਗਰ ਤੁਸੀਂ ਆਪਣੇ ਗੋਲ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ, ਅਗਰ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚਣਾ ਚਾਹੁੰਦੇ ਹੋ, ਤੇ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਛੱਡ ਕੇ ਪ੍ਰਭੂ ਯਿਸੂ ਮਸੀਹ ਦੀ ਸਿੱਖਿਆ ਦੇ ਪਿੱਛੇ ਚੱਲਣਾ ਹੋਵੇਗਾ। ਫਿਰ ਕਰਵਾ ਚੌਥ ਵੀ ਆ ਜਾਂਦਾ ਹੁੰਦਾ। ਫਿਰ ਕਈ ਵਿੱਚ ਕਹਿੰਦੇ ਕੋਈ ਗੱਲ ਨਹੀਂ, ਭੈਣ ਆਈ ਹੈ ਬਣਾ ਲਾ, ਤੂੰ ਕਿਹੜਾ ਉੱਤੇ ਧਾਗਾ ਹੀ ਬੰਨਣਾ, ਬੰਨ ਲਾ, ਤੈਨੂੰ ਤੇਰੀ ਭੈਣ ਨੇ ਨਹੀਂ ਸਵਰਗ ਜਾਣ ਦੇਣਾ। ਤੇਰੀ ਬੂਆ ਆ ਗਈ ਹੈ, ਤੈਨੂੰ ਉਹਨੇ ਨਹੀਂ ਸਵਰਗ ਰਾਜ ਚ ਜਾਣ ਦੇਣਾ। ਬੂਆ ਨੂੰ ਖੁਸ਼ ਕਰ ਲਾ, ਤਾਇਆ, ਫੁੱਫੜ, ਚਾਚਾ, ਮਾਮਾ, ਇਹਨਾਂ ਨੂੰ ਖੁਸ਼ ਕਰੋ। ਉਹ ਕਹਿੰਦਾ ਪਲੂਸ ਕਹਿੰਦਾ ਜੇ ਮੈਂ ਇਨਸਾਨ ਨੂੰ ਖੁਸ਼ ਕਰਾਂ ਤੇ ਮੈਂ ਖੁਦਾ ਦਾ ਦਾਸ ਹੀ ਨਾ ਹਾਂ। ਅਸੀਂ ਇਨਸਾਨਾਂ ਨੂੰ ਖੁਸ਼ ਕਰਨ ਵਾਸਤੇ ਨਹੀਂ ਆ, ਅਸੀਂ ਕਿਹਨੂੰ ਖੁਸ਼ ਕਰਨਾ ਹੈ? ਹੈਲੋ, ਤੇ ਜਦੋਂ ਪਰਮੇਸ਼ਰ ਨੂੰ ਖੁਸ਼ ਕਰਨ ਵਾਸਤੇ ਸਾਨੂੰ ਇਹ ਸਭ ਕੁਝ ਕੀ ਕਰਨਾ ਪੈਣਾ? ਕਿਉਂਕਿ ਅਸੀਂ ਕਾਹਦੇ ਵਿੱਚ ਆ? ਅਸੀਂ ਦੌੜ ਵਿੱਚ। ਉਹਨੂੰ ਸਾਥ ਕਹੋ, ਜਿਹੜਾ ਕਹਿੰਦਾ ਤੁਹਾਡੇ ਅਸੀਂ ਆਉਣਾ, ਉਹਨੂੰ ਕਹੋ ਜੀ ਆਓ, ਵੈਲਕਮ ਆ, ਪਰ ਐਵੇਂ 100 ਵਜੇ ਖਰਚ ਕੇ ਆਵੇਂਗੀ ਰੱਖੜੀਆਂ ਲੈ ਕੇ, ਛੱਡ ਲਾ ਬੋਲਦੇ ਸਾਡੇ ਲਈ ਕੇਲੇ ਲਈ ਹਮੀ। ਕਿਉਂਕਿ ਮੈਂ ਬਣਾਉਣੀਆਂ ਤੇ ਹੈ ਨਹੀਂ। ਕੁਛ ਲੋਕ ਘਰਾਂ ਤੇ ਨਾ ਉਹ ਚਲੋ ਮਸੀਹੀਤ ਨਹੀਂ ਕਰਦੇ, ਉਹਦਾ ਆਮ ਤੌਰ ਤੇ ਲੋਕਾਂ ਦਾ ਈਮਾਨ ਬਣਿਆ ਹੈ 4 ਮਿਰਚਾਂ ਤੇ 1 ਨਿੰਬੂ ਧਾਗੇ ਰਾਹੀਂ ਪਰੋ ਕੇ ਤੇ ਉਹ ਦਰਵਾਜ਼ੇ ਨਾਲ ਬੰਨ ਲੈਂਦੇ ਆ। ਉਹ ਮੈਂ ਦੇਖਿਆ ਉਹ ਬਿਜ਼ਨਸ ਬਣ ਗਿਆ, ਉਹ ਵੇਚਣ ਆਉਂਦੇ ਹੁਣ 20 ਰੁਪਏ ਦਾ ਇੱਕ ਨਿੰਬੂ ਤੇ 4 ਮਿਰਚਾਂ, 2 ਉੱਤੇ 2 ਥੱਲੇ, ਉਹ ਢੰਗ ਦਿੰਦੇ ਆ। ਜਦੋਂ ਨਿੰਬੂ ਸੜ ਜਾਂਦਾ ਆ, ਨਵਾਂ ਆ ਜਾਂਦਾ। ਸਾਰੇ ਹੀ ਆਪਣੇ ਆਪ ਨੂੰ ਕੱਲ ਨਾਲ ਚੱਲਦੇ ਆ, ਪਰਮੇਸ਼ਵਰ ਨਾਲ ਚੱਲਦੇ ਆ। ਕਾਇਦੇ ਮੁਜ਼ਮ, ਵਿਧੀਆਂ, ਕਾਨੂੰਨ ਪੜ੍ਹੀਏ ਅੱਗੇ। ਜੇ ਕੋਈ ਅਖਾੜੇ ਵਿੱਚ ਖੇਡੇ ਤਾਂ ਜਦੋਂ ਤੱਕ ਉਹ ਕਾਇਦੇ ਮੁਜਬ ਨਾ ਖੇਡੇ, ਉਹਨੂੰ ਮੁਕਤ ਨਹੀਂ ਮਿਲਦਾ। ਜਦੋਂ ਤੱਕ ਉਹ ਵਿਧੀ ਦੇ ਮੁਤਾਬਕ ਨਾ ਖੇਲੇ, ਕਾਇਦੇ ਮੁਜਬ ਨਾ ਚਲੇ, ਈਮਾਨਦਾਰ ਜਦੋਂ ਤੱਕ ਬਾਈਬਲ ਦੀ ਸਿੱਖਿਆ ਦੇ ਮੁਤਾਬਕ ਨਾ ਚੱਲੇ, ਤਦ ਤੱਕ ਉਹ ਇਨਾਮ ਪ੍ਰਾਪਤ ਨਹੀਂ ਕਰ ਸਕਦਾ। ਜਦੋਂ ਅਸੀਂ ਪ੍ਰਕਾਸ਼ ਦੀ ਪੋਥੀ 3 ਅਧਿਆਏ ਉਹਦੀ 11 ਆਇਤ ਪੜ੍ਹਾਂਗੇ ਨਹੀਂ, ਉਹ ਫਿਲਦਲਫੀਆ ਦੀ ਕਲੀਸਿਆ ਨੂੰ ਕਹਿੰਦਾ ਕਿਤੇ ਤੇਰਾ ਕੋਈ ਮੁਕਟ ਹੋ ਨਾ ਲਵੇ। ਅੱਜ ਕਲੀਸਿਆ ਨੂੰ ਇਹ ਫਿਕਰ ਹੀ ਨਹੀਂ ਆ
कि मेरा मुकुट कोई होर लै चला, मैनू फिक्र ही नहीं है। अज कलीसिया नूं फिक्र ही नहीं है, कलीसिया नूं तो मार चला फैशन, अद्धे अद्धे कपड़े नंगेज दिखा के ਉਹਨੂੰ फैशन किया जाता। कलीसिया नूं परमेश्वर ने समाज नालों अड किया होया है। आम तौर पर असीं कहीदा खुदा ने सानू चुन लिता, वी आर अ chosen people from the world। संसार विचों असीं अलग कीते होए लोग हैं, वी आर अ सेपरेटेड वन, असीं अलग कीते होए हैं। अलग कीते होए दी तस्वीर भी अलग होनी चाहिए। हुण ते ना कलीसिया का पता लगता ते ना संसारिक का पता लगता, ना विश्वासी भी उदां दा ही ते जिहड़ा नहीं विश्वासी भी डीजे ते भंगड़ा पाउण लगा हुंदा ते जिहड़ा नहीं विश्वासी वो भी डीजे ते भंगड़ा पाउण लगा हुंदा। की फर्क है? उदां असीं किते जाने? हेलो, अस तो चर्च जाइदा, पादरी साहब का साडा क्लोज रिश्ता है, वो जब तक सानू फोन ना कर रोटी नहीं खाते। हाँ तेरा पादरी ना हो सकता पर तेरा वो ना है। रिश्ता किन्ना रखना है? ईमानदारो, असी दौड़ विच अपनी दौड़ नूं की करना है? है जी, ते पौलुस रसूल की कहता मैं अपने शरीर नूं ये शरीर कहता आ काम कर ला, तेनू मारना कुटना नहीं। असी उस जगह ते जा, असी उत्थे जाना क्योंकि मैं अपने शरीर नूं किदां रोकना है? हेलो, मार कुट के रोकना है। किदां रोकना है? इहनूं जबरदस्ती रोकना है। तेरा कंट्रोल मेरे ते नहीं है, मेरा कंट्रोल तेरे ते है। बोलो हालेलुया। शरीर नूं वश च करना है, तेरा कंट्रोल मेरे ते नहीं है, मेरा कंट्रोल तेरे। मैं तेरे अंदर नहीं हाँ, तेनू मैं अपने अंदर करना। ऐ विचारो, तुहानू मैं प्रभु यीशु मसीह दे कदमां च दीन कर दूंगा। जेड़े विचार गंदे उठते आ, मैनू पाप करन वास्ते उकसाउंदे। जब तक विधि के मुताबिक नहीं लड़ोगे, जब तक कायदे मुजब नहीं लड़ोगे, तब तक इनाम पा नहीं सकते। ऐ कलीसिया, किते तेरा मुकुट कोई खो के ना ले जाए। आज ते मुकुट दी टेंशन ही आनी, आज ते वही टेंशन है। दुआ करो मेरे दर्द हट जाए, दुआ करो मेरा सिर हट जाए, दुआ करो मेरा लक हट जाए। बस इत्थे की टेंशन रह गई, इत्थे की टेंशन रह गई। इन्ना इन्ने जी यीशु मसीह नूं सीमित करके रख दिता है। अच्छा, जे लक च दर्द नहीं ठीक हुंदी फिर नहीं मन्नांगे प्रभु नूं, फिर तू नहीं चलेगा यीशु मसीह दे नाल। लाजर ते बीमारी में ही चला गया, पर तावी अब्राहम दी गोद विच है। अलीशा बीमारी में चला गया, दुख सी उन्हों, कष्ट सहने पे। प्रभु यीशु मसीह नूं भी मार खानी पई, मुंह ते थुकवाउणा पिया, पर अपने बाप दी मर्जी नूं की कीता? पूरा। आज केड़ा विश्वासी अपने बाप दी मर्जी नूं पूरा करदा? अपने मन दी मर्जी नूं पूरा करदा। अपना मन जो कहता है वो कीता जाता है। अगर विश्वासी देखना होवे ना, एक विआह ते मैं आइडिया लाया, विआहां ते किते दी डेथ हो जाए, अपने जो मर्जी हो जाए, अपनी रीति रिवाज नहीं छड्डदे। पर उदा असीं विश्वासी तोबा करके पानी का बपतिस्मा लिया है, पुत्र आत्मा पाया। वेरी गुड। पर दीदा तो है नहीं, तू ही कहना तेरे विचों दिखना चाहिए तू केड़ी दौड़ विच है। मैं भी एथलीट है ते तुसीं कदी देखिआ दौड़ जेड़े दौड़दे ही आ, जेड़े रनिंग करदे आ, एथलीट आ जेड़े, उन्हां दा ढिड एडा कदी देखिआ? किड्डा एक पेट होया होवे। क्यों? क्योंकि अपने शरीर नूं की रखदे आ, मेनटेन करके रखते हैं। अपने शरीर नूं वो मेनटेन करके रखते, क्योंकि उन्होंने पता मेरी ये गेम है, मैं ਇਹਦਾ अभ्यास करना छड्डना नहीं। हालांकि कंपटीशन साल तक हो सकता, कंपटीशन 1.5 साल तक हो सकता, कंपटीशन 2 साल तक हो सकता, पर मैं अपनी प्रैक्टिस जड़ी आ
ਇਹਨੂੰ ਕਦੀ ਵੀ ਛੱਡਣਾ। ਉਹਦੀਆਂ ਲੱਤਾਂ ਵੀ ਜਿਹੜੀਆਂ ਆ ਇੱਕਦਮ ਫਰਤੀਲੀਆਂ ਹੋਣਗੀਆਂ, ਇੱਕਦਮ ਪਤਲਾ ਸਰੀਰ ਹੋਊਗਾ, ਕਿਉਂਕਿ ਦੌੜਦਾ ਆ। ਉਹਨੂੰ ਪਤਾ ਮੈਂ ਇਸ ਦੌੜ ਨੂੰ ਕੀ ਕਰਨਾ ਆ, ਇਸ ਦੌੜ ਕੇ ਮੈਂ ਕੀ ਪ੍ਰਾਪਤ ਕਰਨਾ ਆ, ਇਨਾਮ ਪਾਉਣਾ ਹੈ। ਤੇ ਜਿਹੜੇ ਵਿਸ਼ਵਾਸੀ ਦੌੜ ਚ ਲੱਗੇ, ਇਹਨਾਂ ਕੋ ਗੋਡੇ ਨਹੀਂ ਟੇਕ ਹੁੰਦੇ ਹੋਣੇ। ਗੋਡੇ ਟੇਕਣੇ ਔਖੇ ਹੋਏ ਕਿਉਂਕਿ ਦੁਆ ਹੁੰਦੀ, ਦੁਆ ਨਹੀਂ ਹੁੰਦੀ, ਗੋਡੇ ਟੇਕੇ ਨਹੀਂ ਜਾਂਦੇ। ਬਾਈਬਲ ਵਿੱਚ ਹਬਕੂਕ ਦੀ ਕਿਤਾਬ ਉਹ ਨਹੀਂ ਲੱਭਦੀ। ਇਸ ਕਰਕੇ ਨਹੀਂ ਲੱਭਦੀ ਕਿਉਂਕਿ ਬਾਈਬਲ ਦੇ ਨਾਲ ਰਿਸ਼ਤਾ ਹੀ ਹੈ ਨਹੀਂ, ਦੁਆ ਕਰਨ ਨੂੰ ਮਨ ਨਹੀਂ ਕਰਦਾ। ਉਦਾਂ ਅਸੀਂ ਬਹੁਤ ਦੌੜ ਵਿੱਚ ਲੱਗੇ ਆ, ਅਸੀਂ ਸਵਰਗ ਰਾਜ ਵਿੱਚ ਪ੍ਰਵੇਸ਼ ਕਰਨਾ। ਐਵੇਂ ਨਾ ਭੁਲੇਖੇ ਚ ਰਹੀ ਹੋ, ਏਦਾਂ ਕਿਸੇ ਨੇ ਨਹੀਂ ਪ੍ਰਵੇਸ਼ ਕਰਨਾ। ਦੁਨਿਆਵੀ ਗੱਲਾਂ ਕਰਕੇ ਸਵਰਗ ਰਾਜ ਵਿੱਚ ਪ੍ਰਵੇਸ਼ ਨਹੀਂ ਹੋਣਾ। ਪੜ੍ਹੀਏ ਇਬਰਾਨੀਆਂ ਦੀ ਕਿਤਾਬ 12 ਅਧਿਆਇ ਉਹਦੀ 1 ਆਇਤ ਪੜ੍ਹੀਏ। ਉਪਰੰਤ ਜਦੋਂ ਗਵਾਹਾਂ ਦੇ ਇੰਨੇ ਵੱਡੇ ਬੱਦਲ ਨੇ ਸਾਨੂੰ ਘੇਰਿਆ ਹੋਇਆ ਹੈ, ਗਵਾਹਾਂ ਦੇ ਇੰਨੇ ਵੱਡੇ ਬੱਦਲ ਨੇ ਸਾਨੂੰ ਘੇਰਿਆ ਹੋਇਆ। ਬਾਈਬਲ 'ਚ ਤੁਸੀਂ ਪੜ੍ਹੋ, ਬਹੁਤ ਗਵਾਹ ਹੈ। ਹਾਂ, ਤਾਂ ਆਓ ਅਸੀਂ ਵੀ ਹਰੇਕ ਭਾਰ ਅਤੇ ਉਸ ਪਾਪ ਨੂੰ ਜਿਹੜਾ ਸਹਿਜ ਨਾਲ ਸਾਨੂੰ ਫਸਾ ਲੈਂਦਾ ਹੈ ਪਰੇ ਸੁੱਟ ਕੇ ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ ਸਬਰ ਨਾਲ ਦੌੜੀਏ। ਹਾਂ, ਕਿੱਦਾਂ ਦੌੜਨੀ ਹੈ? ਹੈਲੋ, ਕਿੱਦਾਂ ਦੌੜਨੀ ਹੈ? ਸਬਰ ਨਾਲ। ਪਰ ਉਹ ਤੋਂ ਪਹਿਲਾਂ ਕਿੱਦਾਂ ਕਰਨੀ ਹੈ? ਫਿਰ ਪੜੋ ਉਸ ਲਾਈਨ ਨੂੰ। ਜਿਹੜਾ ਸਹਿਜ ਨਾਲ ਸਾਨੂੰ ਫਸਾ ਲੈਂਦਾ ਹੈ, ਜਿਹੜਾ ਪਾਪ ਸਹਿਜ ਨਾਲ, ਬੜੇ ਆਰਾਮ ਨਾਲ, ਬੜੇ ਹੌਲੀ ਨਾਲ ਆ ਕੇ ਸਾਨੂੰ ਕੀ ਕਰ ਲੈਂਦਾ ਹੈ? ਫਸਾ ਲੈਂਦਾ ਹੈ। ਹਾਂ, ਪਰੇ ਸੁੱਟ ਕੇ ਉਹਨੂੰ ਕੀ ਕਰਨਾ ਹੈ? ਪਰੇ ਸੁੱਟ ਕੇ ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ, ਉਸ ਦੌੜ ਵਿੱਚ ਜਿਹੜੀ ਸਾਡੇ ਸਾਹਮਣੇ ਪਈ ਹੋਈ ਹੈ, ਉਹ ਜਿਹੜਾ ਸਹਿਜ ਨਾਲ ਸਾਨੂੰ ਫਸਾ ਲੈਂਦਾ ਹੈ, ਉਹ ਪਾਪ ਜਿਹੜਾ ਸਹਿਜ ਨਾਲ ਸਾਨੂੰ ਫਸਾ ਲੈਂਦਾ ਹੈ, ਪਰੇ ਸੁੱਟ ਕੇ ਉਹਨੂੰ ਕੀ ਕਰਨਾ ਹੈ? ਕਿੱਦਾਂ ਉਹਦਾ ਪਾਪ ਹੌਲੀ ਨਾਲ ਤੁਹਾਡੀ ਜ਼ਿੰਦਗੀ ਵਿੱਚ ਪ੍ਰਵੇਸ਼ ਕਰੂਗਾ। ਉਹਦੇ ਕੋਲ ਧੀਰਜ ਆ, ਪਾਪ ਕੋ, ਸ਼ੈਤਾਨ ਕੋ ਧੀਰਜ ਆ। ਉਹ ਸਲੋਲੀ ਉਹਦੀ ਆਵਾਜ਼ ਵੀ ਨਹੀਂ ਹੋਣੀ, ਪੈਰਾਂ ਦਾ ਖੜਕਾਅ ਵੀ ਨਹੀਂ ਹੋਣਾ। ਪਰ ਪਾਪ ਕੀ ਹੋ ਜਾਣਾ ਹੈ? ਅੰਦਰ ਪ੍ਰਵੇਸ਼ ਕਰ ਜਾਣਾ। ਸਹਿਜ ਨਾਲ ਪਾਪ ਕੀ ਕਰਦਾ ਹੈ? ਅੰਦਰ ਵੜ ਜਾਂਦਾ ਹੈ। ਅੱਜ ਸਹਿਜ ਨਾਲ ਹੀ ਵੜੀ ਜਾਂਦਾ ਲੋਕੀ ਚਰਚ ਵੀ ਜਾਈ ਜਾਂਦੇ ਆ, ਪਾਪ ਵੀ ਹੋਈ ਜਾਂਦਾ ਆ। ਉਹ ਕੋਈ ਚੀਜ਼ ਮਿਲ ਜਾਂਦੀ ਦੁਨਿਆਵੀ, ਉਹ ਬਤਾੜੀਆਂ ਮਾਰਦੇ, ਹਾਲੇਲੂਇਆ ਹਾਲੇਲੂਇਆ, ਸਾਨੂੰ ਕੈਨੇਡਾ ਦਾ ਵੀਜ਼ਾ ਮਿਲ ਗਿਆ। ਮੈਂ ਇਹਦੇ ਖਿਲਾਫ ਨਹੀਂ ਆ ਕਿ ਕੈਨੇਡਾ ਦਾ ਵੀਜ਼ਾ ਨਾ ਮਿਲੇ, ਮਿਲ ਜਾਏ। ਤੁਸੀਂ ਇਕੱਲੇ ਇਕੱਲੇ ਲੱਭ ਲੈ, ਮੇਰੀ ਦੁਆ ਆ ਸਾਰਾ ਪਰਿਵਾਰ ਹੀ ਚੱਲ ਜਾਓ। ਪਰ ਵੀਜ਼ਾ ਜਿਹੜਾ ਆ ਉਹ ਕੈਨੇਡਾ ਦਾ ਮਿਲਿਆ ਆ, ਧਿਆਨ ਰੱਖੀਏ। ਹਜੇ ਸਵਰਗ ਰਾਜ ਦਾ ਵੀ ਲੈਣਾ। ਅਸੀਂ ਤੇ ਉਸ ਦੌੜ ਵਿੱਚ ਆ ਜਿਹਨੇ ਸਾਨੂੰ ਸਵਰਗ ਰਾਜ ਵਿੱਚ ਜਾਣਾ। ਅੱਜ ਦੁਨਿਆਵੀ ਚੀਜ਼ਾਂ ਨੂੰ ਆਸ਼ੀਸ਼ ਸਮਝਿਆ ਜਾ ਰਿਹਾ ਹੈ, ਅੱਜ ਦੁਨਿਆਵੀ ਗੱਲਾਂ ਨੂੰ ਆਪਣੇ ਲਈ ਬਰਕਤ ਮੰਨਿਆ ਜਾ ਰਿਹਾ ਹੈ। ਅੱਜ ਦੁਨਿਆਵੀ ਵਸਤੂਆਂ ਨੂੰ ਵਧੀਆ ਕਾਰ ਮਿਲ ਜਾਂਦੀ, ਉਹ ਕਹਿੰਦੇ ਲੈ ਬਈ ਅਸੀਂ ਖੁਦਾ ਨਾਲ ਚੱਲਦੇ ਹਾਂ। ਅੱਛਾ, ਗੱਡੀ ਚੱਲਣਾ ਖੁਦਾ ਨਾਲ ਚੱਲਦਾ? ਤੇਰੇ ਕੋਲ ਗੱਡੀ ਭਾਵੇਂ ਪੁਰਾਣੀ ਹੋਵੇ ਤੇ ਭਾਵੇਂ ਹੋਵੇ ਹੀ ਨਾ, ਪਰ ਤੂੰ ਖੁਦਾ ਨਾਲ ਚੱਲਣ ਵਾਲਾ ਹੋਣਾ ਚਾਹੀਦਾ। ਬੋਲੋ ਹਾਲੇਲੂਇਆ। ਇਹ ਪੜੋ ਸਲਾਈਨ। ਉਹ ਪਾਪ ਜਿਹੜਾ ਸਹਿਜ ਨਾਲ ਸਾਨੂੰ ਫਸਾ ਲੈਂਦਾ ਹੈ। ਪਾਪ ਕਿੱਦਾਂ ਹੁੰਦਾ ਹੈ? ਕਿੱਦਾਂ ਹੁੰਦਾ? ਹੌਲੀ ਜਿਹੜਾ ਪ੍ਰਵੇਸ਼ ਕਰ, ਤੁਹਾਨੂੰ ਪਤਾ ਵੀ ਲੱਗਣਾ, ਤੁਹਾਡੇ ਵਿਚਾਰਾਂ 'ਚ ਆਊਗਾ, ਤੁਹਾਨੂੰ ਉਹਦੇ ਵੱਲ ਉਕਸਾਊਗਾ, ਉਹਦੇ ਬਾਰੇ ਇੰਟਰੈਕਟ ਕਰੂਗਾ, ਉਹਨਾਂ ਗੱਲਾਂ ਵੱਲ ਤੁਹਾਨੂੰ ਪਾ ਲਊਗਾ। ਤੁਹਾਡਾ ਹੌਲੀ ਹੌਲੀ ਇੰਟਰਸਟ ਸ਼ੁਰੂ ਹੋ ਜਾਂਦਾ। ਹੌਲੀ ਹੌਲੀ ਇੰਟਰਸਟ ਸ਼ੁਰੂ ਹੁੰਦਾ ਉਹ ਫਿਰ ਸਾਡੇ ਅੰਦਰ ਕੀ ਕਰ ਜਾਂਦਾ ਹੈ? ਪ੍ਰਵੇਸ਼ ਕਰ ਜਾਂਦਾ। ਜਦੋਂ ਅੰਦਰ ਪ੍ਰਵੇਸ਼ ਕਰ ਲੈਂਦਾ, ਉਹ ਫਿਰ ਸਾਨੂੰ ਕੀ ਕਰ ਲੈਂਦਾ? ਫਸਾ ਲੈਂਦਾ ਹੈ। ਸਹਿਜ ਨਾਲ ਜਿਹੜਾ ਪਾਪ ਸਾਡੇ 'ਚ ਆਉਂਦਾ, ਹਾਂ, ਸਾਨੂੰ ਫਸਾ ਲੈਂਦਾ ਹੈ। ਹਾਂ, ਪਰੇ ਸੁੱਟ ਕੇ ਉਹਨੂੰ ਕੀ ਕਰਨਾ ਹੈ?
ਪਰ ਅੱਜ ਪਰੇ ਪੁਰੇ ਨਹੀਂ ਸੁੱਟਿਆ ਜਾਂਦਾ, ਅੱਜ ਤਾਂ ਨਾਲ ਹੀ ਆ। ਅੱਜ ਕਿੱਦਾਂ ਆ? ਨਾਲ ਪਾਪ ਤੇ ਲੋਕੀ ਛੱਡਣਾ ਚਾਹੁੰਦੇ ਹੀ ਨਹੀਂ। ਸੰਗਤੀ 'ਚ ਆ ਕੇ ਵੀ, ਸੁਣ ਕੇ ਵੀ ਪਾਪ ਨਹੀਂ ਛੱਡਿਆ ਜਾਂਦਾ। ਬਾਈਬਲ ਪੜ੍ਹ ਕੇ ਵੀ ਪਾਪ ਨਹੀਂ ਛੱਡਿਆ ਜਾਂਦਾ। ਮਨ ਹੀ ਨਹੀਂ ਕਰਦਾ। ਪਾਪ ਛੱਡਣ ਨੂੰ ਸਾਨੂੰ ਤਿਆਗ ਕਰਨਾ ਪਵੇਗਾ। ਕਿਉਂ? ਪਰ ਛੱਡੂਗਾ ਕਿਹੜਾ? ਅਗਲੀ ਲਾਈਨ ਪੜੋ। ਪਰੇ ਸੁੱਟ ਕੇ ਉਸੇ ਦੌੜ ਵਿੱਚ ਹਾਂ, ਜਿਹਨੂੰ ਇਹ ਪਤਾ ਕਿ ਮੇਰੀ ਤੇ ਹਜੇ ਦੌੜ ਪਈ, ਮੇਰੀ ਤੇ ਹਜੇ ਦੌੜ ਪਈ, ਜਿਹੜੀ ਦੌੜ ਸਾਡੇ ਸਾਹਮਣੇ ਪਈ ਹੋਈ ਹੈ, ਜੇ ਸਾਡੇ ਸਾਹਮਣੇ ਪਈ ਆ, ਹਾਂ, ਸਬਰ ਨਾਲ ਦੌੜੀਏ। ਸਬਰ ਨਾਲ ਦੌੜੀ। ਮੰਨ ਲਓ ਦੌੜ ਹਜੇ 100 ਕਿਲੋਮੀਟਰ ਪਈ ਆ, 100 ਮੀਟਰ ਪਈ ਆ, ਤੇ ਪਹਿਲੇ ਵਿੱਚੋਂ ਆ ਜਾਵਾਂਗੇ। ਉਦੋਂ ਤੱਕ ਤੇ ਕੁਝ ਸੋਚਦਾ ਹੀ ਨਹੀਂ, ਉਦੋਂ ਤੱਕ ਤੇ ਸਾਨੂੰ ਧਿਆਨ ਹੀ ਨਹੀਂ ਰਹਿੰਦਾ। ਪਰ ਸਾਡਾ ਧਿਆਨ ਹੋਣਾ ਚਾਹੀਦਾ ਕਿ ਮੇਰੀ ਤੇ ਦੌੜ ਹਜੇ ਬਹੁਤ ਪਈ ਆ। ਮੈਂ ਕਈਆਂ ਗੱਲਾਂ ਵੱਲ ਧਿਆਨ ਹਾਲੇ ਤੇ ਹੁਣ ਤੇ ਕਲੀਸਿਆ ਦਾ ਧਿਆਨ ਹੀ ਇੱਧਰ ਨੂੰ ਹੁੰਦਾ, ਪਿੱਛੇ। ਲੂਤ ਦੇ ਪਰਿਵਾਰ ਨੂੰ ਖੁਦਾ ਨੇ ਕਿਹਾ ਸੀ ਵੀ ਦੌੜ ਜਾਓ, ਇਸ ਨਗਰ ਦਾ ਮੈਂ ਨਾਸ਼ ਕਰਨ ਲੱਗਾ, ਤੁਸੀਂ ਕੀ ਉਹ ਕਰ ਲਓ, ਇੱਥੋਂ ਦੌੜ ਜਾਓ। ਪਰ ਇੱਕ ਸ਼ਰਤ ਰੱਖੀ ਸੀ। ਕਿਹੜੀ ਸ਼ਰਤ ਸੀ? ਕਿਹੜੀ ਸ਼ਰਤ ਸੀ? ਪਿੱਛੇ ਮੁੜ ਕੇ ਇੱਕ ਸ਼ਰਤ ਰੱਖੀ, ਚਲੇ ਜਾਓ, ਤੁਸੀਂ ਬਚ ਜਾਓਗੇ, ਪਰ ਇੱਕ ਸ਼ਰਤ ਆ, ਪਿੱਛੇ ਮੁੜ ਕੇ। ਉਹ ਦੌੜੇ ਗਏ, ਪਰ ਉਹਦੀ ਵਾਈਫ ਨੂੰ ਚੇਤਾ ਆਇਆ ਆਪਣੇ ਘਰ ਦੀਆਂ ਚੀਜ਼ਾਂ ਦਾ। ਉਹਦੀ ਵਾਈਫ ਨੂੰ ਚੇਤਾ ਆਇਆ ਆਪਣੇ ਪਰਿਵਾਰ ਦਾ, ਆਪਣੇ ਘਰ ਦਾ, ਆਪਣੀ ਵਾਸ਼ਿੰਗ ਮਸ਼ੀਨ ਦਾ, ਆਪਣੀ ਫ੍ਰਿਜ ਦਾ, ਆਪਣੇ ਅੱਜ ਕੱਲ ਤਾਂ ਮੋਬਾਈਲ ਹੀ ਹੈ, ਆਪਣੇ ਮੋਬਾਈਲ ਦਾ ਚੇਤਾ ਆਇਆ ਹੋਊਗਾ। ਉਦੋਂ ਮੋਬਾਈਲ ਤਾਂ ਨਹੀਂ ਸੀ, ਜਸਟ ਮੈਂ ਐਗਜ਼ਾਮਪਲ ਦੇ ਤੌਰ ਤੇ ਤੁਹਾਨੂੰ ਕਹਿ ਰਿਹਾ। ਉਦੋਂ ਫ੍ਰਿਜਾਂ ਵੀ ਨਹੀਂ ਸੀ, ਵਾਸ਼ਿੰਗ ਮਸ਼ੀਨਾਂ ਵੀ ਨਹੀਂ ਸੀ। ਮੈਂ ਇੱਕ ਐਗਜ਼ਾਮਪਲ ਦੇ ਰਿਹਾ ਕਿ ਚੀਜ਼ਾਂ ਦੇ ਵੱਲ ਉਹਦਾ ਧਿਆਨ ਆਇਆ ਹੋਊਗਾ, ਔਰ ਉਹ ਕੀ ਦੇਖਣ ਲੱਗ ਪਈ? ਇਨ ਦਾ ਮੂਮੈਂਟ ਉਹਨੇ ਪਿੱਛੇ ਦੇਖਿਆ, ਜਿਸ ਘੜੀ ਉਹਨੇ ਪਿੱਛੇ ਦੇਖਿਆ, ਉਸੇ ਵੇਲੇ ਉਹ ਕੀ ਬਣ ਗਈ? ਤੇ ਅੱਜ ਵੀ ਐਂ ਖੜੀ ਕਹਿੰਦੇ ਉੱਥੇ। ਮੈਂ ਦੇਖਿਆ ਤਾਂ ਨਹੀਂ, ਪਰ ਜਿਹੜੇ ਦੇਖ ਕੇ ਆਏ ਕਹਿੰਦੇ ਉਹ ਖੰਭਾ ਹਾਲੇ ਵੀ ਉੱਥੇ ਬਣਿਆ ਹੋਇਆ। ਤੇ ਹੁਣ ਕਈ ਇਦਾਂ ਦੇ ਪੁੱਤ ਬਣ ਕੇ ਖੜੇ ਵਿਸ਼ਵਾਸੀ। ਉਹ ਚਰਚਾਂ ਜਾਈ ਜਾਂਦੇ, ਆਈ ਜਾਂਦੇ, ਜਾਈ ਜਾਂਦੇ, ਆਈ ਜਾਂਦੇ, ਜਾਈ ਜਾਂਦੇ। ਨਾ ਰੰਗ ਕਾਲਾ ਹੋਇਆ ਤੇ ਨਾ ਰੰਗ ਗੋਰਾ। ਜਿੱਦਾਂ ਦੇ ਸੀਗੇ ਉਦਾਂ ਦੇ ਜਾਈ ਜਾਂਦੇ। ਉਹ ਬੁੱਤ ਬਣੇ ਹੋਏ ਆ, ਉਹਨਾਂ ਦਾ ਖਿਆਲ ਆ ਸ਼ਾਇਦ ਕੁਝ ਹੋ ਸਕਦਾ। ਪ੍ਰਿਯੋ, ਅਗਰ ਹੋਣਾ ਤੇ ਉਹਦੇ ਵਿਧੀਆਂ ਦੇ ਮੁਤਾਬਕ ਦੌੜਨਾ ਪੈਣਾ ਹੈ। ਇਸ ਬਾਈਬਲ ਦੇ ਵਿੱਚੋਂ ਦੀ ਹੋ ਕੇ ਹੀ ਤੁਹਾਨੂੰ ਨਿਕਲਣਾ ਪੈਣਾ ਜੇ ਤੁਸੀਂ ਸਵਰਗ ਰਾਜ ਵਿੱਚ ਪ੍ਰਵੇਸ਼ ਕਰਨਾ ਹੈ। ਅੱਗੇ बढ़ो। ਸਬਰ ਨਾਲ ਦੌੜੀਏ ਅਤੇ ਯੀਸ਼ੂ ਦੀ ਵੱਲ ਤੱਕਦੇ ਰਹੀਏ, ਜਿਹੜਾ ਨੇਚਰ ਦਾ ਕਰਤਾ ਤੇ ਸੰਪੂਰਨ ਕਰਨ ਵਾਲਾ ਹੈ। ਹਾਂ, ਦੌੜਨਾ ਵੀ ਆ ਤੇ ਉਤਾਵਲੀ ਵੀ ਨਹੀਂ ਕਰਨੀ। ਸਬਰ ਨਾਲ ਦੌੜਨਾ। ਕਿੱਦਾਂ ਦੌੜਨਾ? ਆ ਜਿਹੜੇ ਵਿਸ਼ਵਾਸੀ ਭੱਜੇ ਫਿਰਦੇ ਨਾ, ਕਦੀ ਕਿਸੇ ਚਰਚ, ਕਦੀ ਕਿਸੇ ਚਰਚ, ਇਹਨਾਂ ਕੋਲ ਸਬਰ ਹੈ ਨਹੀਂ। ਇਹ ਜਲਦੀ ਕੁਝ ਪ੍ਰਾਪਤ ਕਰਨਾ ਚਾਹੁੰਦੇ ਆ, ਪਰ ਦੌੜ ਕਿਹੜੀ ਦੌੜਨੀ ਆ? ਲੱਗੇ ਰਹੋ, ਦੌੜ ਵਿੱਚ ਲੱਗੇ ਰਹੋ, ਇਮਾਨਦਾਰੀ ਨਾਲ, ਵਫਾਦਾਰੀ ਨਾਲ ਲੱਗੇ ਰਹੋ। ਪਰਮੇਸ਼ਵਰ ਤੁਹਾਡੀ ਦੌੜ ਦਾ ਪ੍ਰਤੀਫਲ ਤੁਹਾਨੂੰ ਦੇਵੇਗਾ। ਬੋਲੋ ਹਾਲੇਲੂਇਆ। ਇੱਕ ਵਾਰੀ ਇੱਕ ਭੈਣ ਬੈਠੀ ਬੱਸ 'ਚ, ਬੱਸ ਤਾਂ ਲੰਬੀ ਹੁੰਦੀ, ਉਹਨੂੰ ਕਾਹਲੀ ਬੜੀ, ਉੱਠ ਕੇ ਡਰਾਈਵਰ ਕੋਲ ਜਾ ਕੇ ਬਹਿ ਗਈ। ਉਹਨੂੰ ਕਿਸੇ ਨਾਲ ਦੇ ਨੇ ਪੁੱਛਿਆ ਵੀ ਪਿੱਛੇ ਵੀ ਤਾਂ ਸੀਟ ਦਿੱਤੀ ਸੀ, ਉੱਥੇ ਕਿਉਂ ਨਹੀਂ ਤੂੰ ਬੈਠੀ? ਡਰਾਈਵਰ ਕੋਲ ਜਾ ਕੇ ਕਿਉਂ ਬਹਿ ਗਈ ਹੈ? ਕਹਿੰਦੀ ਮੈਂ ਜਲਦੀ ਪਹੁੰਚਣਾ। ਉਹਨੇ ਜਲਦੀ ਪਹੁੰਚਣਾ ਸੀ, ਉੱਠ ਕੇ ਕਹਾਂ ਚਲੇ ਗਈ? ਤੂੰ ਡਰਾਈਵਰ ਦੇ ਕੋਲ ਬਹਿ ਜਾ, ਭਾਵੇਂ ਡਰਾਈਵਰ ਵਾਲੀ ਸੀਟ ਤੇ ਬਹਿ ਜਾ, ਜਿੰਨਾ ਟਾਈਮ ਲੱਗਣਾ ਉਹਨਾਂ ਸਬਰ ਨਾਲ ਬੈਠੇ ਰਹੋ। ਪਰਮੇਸ਼ਵਰ ਤੁਹਾਨੂੰ ਤੁਹਾਡੀ ਮੰਜ਼ਿਲ ਤੇ ਲੈ ਕੇ ਆਸ਼ੀਸ਼ ਦੇਵੇਗਾ। ਬੋਲੋ ਹਾਲੇਲੂਇਆ। ਉਤਾਵਲੇ ਹੋਣ ਦੀ ਜ਼ਰੂਰਤ ਨਹੀਂ ਆ। ਦੌੜੋ, ਕਾਇਦੇ ਮੁਤਾਬਕ ਦੌੜੋ, ਵਿਧੀ ਦੇ ਮੁਤਾਬਕ ਦੌੜੋ, ਪਰਮੇਸ਼ਵਰ ਦੇ ਹੁਕਮਾਂ ਵਿੱਚ ਰਹਿ ਕੇ ਦੌੜੋ।
ਪਰ ਦੌੜੋ ਸਬਰ ਦੇ ਨਾਲ, ਉਤਾਵਲੇ ਵੀ ਨਹੀਂ ਹੋਣਾ। ਸ਼ੈਤਾਨ ਆਊਗਾ ਤੁਹਾਨੂੰ, ਚੱਲ ਮੇਰੇ ਨਾਲ, ਚੱਲ ਮੇਰੇ ਨਾਲ। ਉਹਨੂੰ ਕੋ ਮੈਨੂੰ ਤੇਰੇ ਨਾਲ ਜਾਣ ਦੀ ਲੋੜ ਨਹੀਂ ਆ, ਮੈਨੂੰ ਖੁਦਾ ਨੇ ਕਿਹਾ ਸਬਰ ਨਾਲ ਦੌੜ ਹੈ। ਇੱਕ ਉਦਾਹਰਨ ਦੇ ਕੇ ਮੈਂ ਤੁਹਾਨੂੰ ਪੜ੍ਹਾ ਕੇ ਫਿਰ ਆਪਾਂ ਸਮਾਪਤ ਕਰਾਂਗੇ। ਦੂਸਰਾ ਰਾਜਿਆਂ ਦੀ ਕਿਤਾਬ 4 ਅਧਿਆਏ ਉਹਦੀ 29 ਆਇਤ ਤੋਂ ਪੜਾਂਗੇ। दूसरा राजाओं की किताब 4 अध्याय उसकी 29 आयत। ਤਾਂ ਉਸਨੇ ਘਰਾਜੀ ਨੂੰ ਕਿਹਾ, ਹਾਂ। ਆਪਣਾ ਲੱਕ ਬੰਨ ਔਰ ਮੇਰੀ ਲਾਠੀ ਆਪਣੇ ਹੱਥ ਵਿੱਚ ਲੈ ਕੇ ਆਪਣਾ ਰਾਹ ਫੜ। हाँ, अलीशा केदा चेला सी? अलीशा केदा चेला सी? अलीशा दा कौन चेला सी? अलीशा केदा चेला सी? अलीशा दा चेला कौन सी? गेहाजी। गेहाजी अलीशा एक अभिषिक्त सेवक ओदा चेला सी। और जरा जब तुसीं दी लाइफ पढ़ो अलीशा और गेहाजी दी, अलीशा अपने चेले नूं मिनिस्ट्री दे बारे विच सिखाउंदा है, सेवकाई दीयां गल्लां सिखाउंदा है। अलीशा गेहाजी एक अच्छे सेवक दे कोल है, अभिषिक्त सेवक दे कोल, अनॉइंटेड सेवक दे कोल है। और अलीशा इनू सिखाउंदा है। एक भैन आई जिहदा पुत्र मर गया है, ਉਹਦਾ ਪੁੱਤਰ ਮਰ ਗਿਆ, और अलीशा ने अपने सेवक ਨੂੰ ਵੀ ਸਿਖਾਉਣਾ ਹੈ ਸੇਵਕਾਈ ਦੇ ਬਾਰੇ ਵਿੱਚ, ਉਹਨੇ ਹੀਲਿੰਗ ਮਿਨਿਸਟਰੀ ਬਾਰੇ ਵੀ ਸਿਖਾਉਣਾ ਹੈ। और ਜਦੋਂ ਉਹ ਭੈਣ ਆਈ, ਹੁਣ ਪੜੋ 29 ਆਇਤ ਤੋਂ, ਅਲੀਸ਼ਾ ਨੇ ਕੀ ਆਖਿਆ ਆਪਣੇ ਚੇਲੇ ਗਹੇਜੀ ਨੂੰ? ਤਾਂ ਉਸਨੇ ਘਰਾਜੀ ਨੂੰ ਆਖਿਆ, ਹਾਂ। ਆਪਣਾ ਲੱਕ ਬੰਨ ਔਰ ਮੇਰੀ ਲਾਠੀ ਆਪਣੇ ਹੱਥ ਵਿੱਚ ਲੈ ਕੇ ਆਪਣਾ ਲੱਕ ਬੰਨ ਤੇ ਮੇਰੀ ਲਾਠੀ ਆਪਣੇ ਹੱਥ ਵਿੱਚ ਲੈ ਕੇ ਆਪਣਾ ਰਾਹ ਫੜ। ਆਪਣਾ ਰਾਹ ਫੜ। ਜੇ ਕੋਈ ਆਦਮੀ ਤੈਨੂੰ ਮਿਲੇ ਹਾਂ। ਤਾਂ ਉਹਨੂੰ ਬਦਨਾਮ ਨਾ ਕਰੀ। ਹਾਂ, ਦੇਖੋ ਇੱਕ ਹਦਾਇਤ ਵੀ ਹੈ, ਜੇ ਕੋਈ ਆਦਮੀ ਤੈਨੂੰ ਮਿਲੇ ਤੇ ਰਾਹ ਵਿੱਚ ਉਹਨੂੰ ਬਦਨਾਮ ਨਾ ਕਰੀ। ਪ੍ਰਣਾਮ ਨਾ ਕਰੀ। ਹਾਂ और जे कोई आदमी प्रणाम करे तो तू और उत्तर ना दे। ਹਾਂ, ਜੇ ਕੋਈ ਤੈਨੂੰ ਪ੍ਰਣਾਮ ਕਰੇ ਵੀ ਪਰ ਤੂੰ ਉਹਦਾ ਉੱਤਰ ना दे। ਅਲੀਸ਼ਾ ਗਹੇਜੀ ਨੂੰ ਸਿਖਾ ਰਿਹਾ ਆ ਸੇਵਕਾਈ ਦੇ ਬਾਰੇ ਵਿੱਚ। ਅਲੀਸ਼ਾ ਗਹੇਜੀ ਨੂੰ ਟ੍ਰੇਨਡ ਕਰ ਰਿਹਾ ਆ ਹਾਊ ਟੂ ਡੂ ਮਿਨਿਸਟਰੀ, ਪਰਮੇਸ਼ਵਰ ਦੀ ਸੇਵਕਾਈ ਨੂੰ ਕਿੱਦਾਂ ਕੀਤਾ ਜਾਣਾ ਹੈ। क्योंकि गेहाजी ने नहीं पता, अलीशा ने पता। अलीशा एक्सपीरियंस्ड एक सेवक है, तजर्बेकार एक सेवक है। और वो कहता जे कोई तेन रस्ते च मिले ते ओनू बुलावी ना, तो जे कोई तेनू बुलावे ते ओदा जवाब ना दे। हुण ते चेले नू कहो तू बुला, हुण ते चेला ही नहीं वैसे बनदा, सीधा उस्ताद ही आउंदा बन के। हुण ते कोई चेला नहीं बनदा, हुण ते सीधा ही जेड़ा आउंदा ओ की बनदा उस्ताद बनदा। क्योंकि चेला बनने वास्ते सीखना पैंदा है। अगला कहता मैं सीखिया सिखाया है। जिन्हें पूछो तेरा पास्टर तू किहदे कोल सीखिया है, वो कहना मैनू तो खुदा ने सिखाया। वाह भाई, मैं कहा सब तो ही ऊपर है, ये सीधा ही मैनू खुदा ने सिखाया। ते खुदाई ते उस्तादी शागिर्दी सिखाई है खुदा ने। मैं अज भी अपने सेवक ਜਿਹੜਾ खुदा ने मैनू पास्टर दिता, मैं उन्होंने अधीन रह के ही सेवकाई करता है। मैनू पता जे मैं उन्होंने अधीन रह के सेवकाई करूंगा तो मैं अलीशा का ते एलिया का प्रचार कर सकता है, नहीं तो मैं प्रचार नहीं कर सकता। हुण ते पता ही नहीं ओदा पास्टर कित्थे आ, ओदा पास्टर है कौन है, पता ही नहीं। वो कहते अभी तो सीधा ही सीखिया, क्योंकि अजकल चेला नहीं बनता, सीधा ही की बनता है उस्ताद बनता। साल क लाउंदे आ, बाइबल खोलनी मिलनी आ गई ते बस अगला कहंदा आपां चर्च ला लिया, असीं भी की हां पादरी हां। हुण ते सीधा ही अगले बपतिस्मा देण लग पैंदे ते लोग भी बपतिस्मा लई जांदे आ। ये भी गल दा चेता रखो कि बपतिस्मा कौन दे सकदा ते किहदे तो लैणा, ये पता होना चाहिए। हुण नहीं पता, अजकल तां बहुत माहौल खराब हो गया, पर जेड़े खुदा दे सेवक अज भी सच्चा कलाम प्रचार करते हो, अज भी प्रचार करते। हाँ पढ़िए। फिर तो मुंडे दे मुंह
ਉੱਤੇ ਮੇਰੀ ਲਾਠੀ ਰੱਖ ਦੇਣੀ। ਹਾਂ। ਪਰ ਮੁੰਡੇ ਦੀ ਮਾਂ ਬੋਲੀ, ਜਿਉਂਦੇ ਯਹੋਵਾ ਦੀ ਤੇ ਤੇਰੀ ਜਿੱਤ ਦੀ ਸਹੁੰ, ਮੈਂ ਤੈਨੂੰ ਨਹੀਂ ਛੱਡਾਂਗੀ। ਇੱਥੇ ਗੇਹਜੀ ਨੂੰ ਅਲੀਸ਼ਾ ਸਿਖਾ ਰਿਹਾ ਆ, ਤੂੰ ਜਾ ਤੇ ਜਾ ਕੇ ਲਾਠੀ ਦਾ ਕੀ ਕਰੀ, ਮੁੰਡੇ ਦੇ ਸਿੱਖਿਆ ਦੇ ਰਿਹਾ। ਜੇ ਉਹਦਾ ਪਾਸਟਰ ਹੈਗਾ ਤੇ ਕੋਈ ਸਿਖਾ ਰਿਹਾ ਹੈ, ਜੇ ਨਾ ਹੋਵੇ ਤੇ ਸਿਖਾਉਣਾ ਕਿ ਅਲੀਸ਼ਾ ਗੇਹਜੀ ਨੂੰ ਸਿਖਾ ਰਿਹਾ ਹੈ, ਗੇਹਜੀ ਸਿੱਖ ਰਿਹਾ ਹੈ, ਪਰ ਗੇਹਜੀ अच्छी जगह ते है, अनॉइंटिंग वाली जगह ते है, अभिषिक्त सेवक दे कोल आ, पर इनू भी संसार दी चीज़ां ने की कर लिया, इनू संसार दी चीज़ां मोह के लगे। 5 ਦੀ 20 तो पढ़ो, 5 ਦੀ 20 तो पढ़ो। ਤਾਂ ਪਰਮੇਸ਼ਰ ਦੇ ਜਨ ਅਲੀਸ਼ਾ ਨੇ ਬਾਲਕੇ ਗਿਹਾਜੀ ਨੂੰ ਆਖਿਆ, ਵੇਖੋ ਮੇਰੇ ਸਵਾਮੀ ਨੇ ਨਾਮਾਨ ਅਰਾਮੀ ਦੇ ਹੱਥੋਂ ਜੋ ਕੁਝ ਉਹ ਲਿਆਇਆ ਸੀ ਨਾ ਲੈ ਕੇ ਉਹਨੂੰ ਵਰਜ ਦਿੱਤਾ। ਇੱਥੇ ਨਮਾਨ ਉਹਦੇ ਕੋਲ ਬਹੁਤ ਕੁਝ ਲੈ ਕੇ ਆਇਆ। ਤੁਸੀਂ ਘਰ ਜਾ ਕੇ ਪੜ੍ਹ ਲਿਓ ਚੈਪਟਰ, ਮੈਂ ਸਿਰਫ ਤੁਹਾਨੂੰ ਇਹ ਲਾਈਨ ਨੂੰ ਟੱਚ ਕਰਾਉਣਾ ਹੈ ਤਾਂ ਕਿ ਤੁਸੀਂ ਅੰਡਰਸਟੈਂਡ ਕਰ ਸਕੋ, ਅਸੀਂ ਆਪਣੇ ਵਿਸ਼ੇ 'ਚ ਰਹਿ ਸਕੀਏ। ਤੁਸੀਂ ਘਰ ਜਾ ਕੇ ਪੜ੍ਹ ਲੈਣਾ। ਨਮਾਨ ਬਹੁਤ ਅਮੀਰ ਬੰਦਾ ਆ, ਉਹਨੂੰ ਕੋੜ ਹੋਇਆ ਆ, ਉਹ ਚੰਗਿਆਈ ਵਾਸਤੇ ਆਇਆ ਹੈ। ਔਰ ਅਲੀਸ਼ਾ ਨੇ ਕਿਹਾ ਤੂੰ ਚੰਗਾ ਹੋ ਸਕਦਾ ਆ, ਜਾ ਕੇ ਜਰਦਨ ਨਦੀ 'ਚ ਕੀ ਕਰਨਾ, 7 ਚੁੱਪੀਆਂ ਲਾ ਲਾ ਤੇ ਤੂੰ ਕਿਉਂ ਜਾਊਗਾ। ਨਮਾਨ ਨੂੰ ਗੁੱਸਾ ਚੜ ਗਿਆ, ਯਾਰ ਇੰਨਾ ਦਾਨ ਲੈ ਕੇ ਆਇਆ ਤੇ ਤੂੰ ਆਇਆ ਹੀ ਨਹੀਂ, ਮੇਰੇ ਤੇ ਹੱਥ ਹੀ ਰੱਖਿਆ। ਉਹ ਕਿਸੇ ਨੇ ਉਹਨੂੰ ਸਮਝਾਇਆ, ਕਹਿੰਦਾ ਕੋਈ ਗੱਲ ਨਹੀਂ, 7 ਚੁੱਪੀਆਂ ਗਈਆਂ ਆ, ਤੂੰ 7 ਚੁੱਪੀਆਂ ਲਾ ਲਾ। ਚਲੋ ਮੁੜ ਗਿਆ, ਹਜੇ ਮੁੜ ਕੇ ਜਾਂਦਾ ਹੀ ਗਿਆ ਤੇ ਗਹੇਜੀ ਦਾ ਦਿਮਾਗ ਖਰਾਬ ਹੋ ਗਿਆ। ਕਹਿੰਦਾ ਇੰਨਾ ਪੈਸਾ, ਇੰਨਾ ਸੋਨਾ ਚਾਂਦੀ, ਇੰਨੀ ਧਨ ਦੌਲਤ ਅਲੀਸ਼ਾ ਨੂੰ ਪਤਾ ਹੀ ਨਹੀਂ ਲੱਗਦਾ। ਉਹ ਦੌੜ ਗਿਆ ਉਹਦੇ ਵੱਲ। ਪੜੋ ਫਿਰ ਰਬੀ ਤੋਂ। ਤਾਂ ਪਰਮੇਸ਼ਰ ਦੇ ਜਨ ਅਲੀਸ਼ਾ ਦੇ ਬਾਲਕੇ ਗਿਹਾਜੀ ਨੇ ਆਖਿਆ, ਵੇਖੋ ਮੇਰੇ ਸਵਾਮੀ ਨੇ ਨਾਮਾਨ ਅਰਾਮੀ ਦੇ ਹੱਥੋਂ ਜੋ ਕੁਝ ਉਹ ਲਿਆਇਆ ਸੀ ਨਾ ਲੈ ਕੇ ਉਹਨੂੰ ਵਰਜ ਦਿੱਤਾ। ਜਿਉਂਦੇ ਯਹੋਵਾ ਦੀ ਸਹੁੰ, ਮੈਂ ਸੱਚਮੁੱਚ ਉਹਦੇ ਪਿੱਛੇ ਨੱਸਾਂਗਾ ਤੇ ਉਹਦੇ ਕੋਲੋਂ ਕੁਝ ਲੈ ਲਵਾਂਗਾ। ਹਾਂ, ਉਹਦੇ ਪਿੱਛੇ ਅੱਜ ਨੱਸਣ ਵਾਲੇ ਹੀ ਆਪਾਂ ਗੱਲ ਕਰਦੇ ਪਏ, ਦੌੜਨ ਪੰਜਾ ਹਿੰਦੀ 'ਚ दौड़ लेके आया। मैं उनके पीछे दौड़ कर उससे कुछ न कुछ ले ही आऊंगा। दौड़ कर आज चंगे भले विश्वासी दौड़ते हैं। गलातियां दी पत्री विच उन्हें लिखिया तुसी चंगा दौड़दे सी, पर किद्दां तुहानूं कहंदे संसार दीयां चीज़ां ने कर लिया। गेहाजी ते बड़े अच्छे सेवक दे कोल आ, गेहाजी ते अनॉइंटिंग ना भरे हुए सेवक दे कोल आ, गेहाजी ते अभिषिक्त सेवक दे कोल आ। गेहाजी सेवकाई वाले सिख रहा आ, पर उन्हें संसार दीयां चीज़ां की कर गईयां, वो दौड़ गया। चंगा भला दौड़दा दौड़दा अपनी लाइन चो की हो गया। आज चंगे भले विश्वासी तौबा करके पानी दा बपतिस्मा लिया और परमेश्वर नाल चलण दा वादा कीता। आज देखो ते किते होर दी लाइन विच ही तुरे फिरदे। आज वेखो ते गालां कड्ढण वालियां दी लाइन विच हुंदे, आज वेखो ते चोरी करन वालियां दी लाइन विच हुंदे, आज वेखो ते नशा करन वालियां दी लाइन विच हुंदे, आज वेखो ते झूठ बोलण वालियां दी लाइन विच हुंदे, आज देखो ते लड़ाइयां झगड़े करन वालियां दी लाइन विच हुंदे। पर चलदे किन्ना है? अगले फकर ना कहंदे असीं किन्ना चलदे प्रभु यीशु मसीह। भुलेखे च ना रहिए, तुसीं चलदे ही नहीं प्रभु यीशु मसीह। जे चलदे हुंदे ते आ चाले ना हुंदे, जे चलदे हुंदे ते आ काम ना जिंदगी च नजर आउंदा। हुण कलीसिया लगदी नहीं, हुण ते कलीसिया इदां लगदी जिद्दां बॉलीवुड च आई हुंदी। हुण ते कलीसिया इदां लगदी है भी जिद्दां पता नहीं सारा कुछ इन्हें कर रहे हैं, तुसीं समझ गए होने। हुण ते कलीसिया खुला राह लभदी है, भुलेखे च ना रहो, राह खुला नहीं है। राह किहड़ा है? चलना ते भीड़े ते पैना चलना, नहीं तो छड़ के चले जाओ।
ਹੁਣ ਤੇ ਕਰੇ ਉੱਥੇ ਲੱਖਾਂ ਲੋਕ ਆ ਗਏ, ਉੱਥੇ ਕਰੋੜਾਂ ਲੋਕ ਆ ਗਏ, ਪਰ ਬੇਦਾਰੀ ਨਜ਼ਰ ਆਉਂਦੀ ਹੈ ਦੇਸ਼ ਵਿੱਚ? ਕੋਈ ਬੇਦਾਰੀ ਨਹੀਂ। ਪਾਪ ਉੱਥੇ ਦਾ ਉੱਥੇ ਹੀ, ਗੁਨਾਹ ਉੱਥੇ ਦਾ ਉੱਥੇ ਹੀ। ਅਲੀਸ਼ਾ ਬਹੁਤ ਅੱਛਾ ਦੌੜਦਾ ਸੀ, ਬਹੁਤ ਅੱਛੀ ਜਗ੍ਹਾ ਤੇ ਸੀ, ਪਰ ਸੰਸਾਰ ਦੀਆਂ ਚੀਜ਼ਾਂ ਨੂੰ ਕਿਤੇ ਹੋਰ ਹੀ ਦੜਾ ਕੇ ਲੈ ਗਈ। ਅੱਜ ਕਿਤੇ ਇਮਾਨਦਾਰੋ ਤੁਹਾਨੂੰ ਪਾਪ ਨਾ ਲੈ ਜਾਏ। ਅਗਰ ਚੱਲਣਾ ਚਾਹੁੰਦੇ ਆ ਤੇ ਪ੍ਰਭੂ ਯਿਸੂ ਮਸੀਹ ਦੇ ਨਾਲ ਕਾਇਦੇ ਮੁਲਜ਼ਮ ਦੌੜੋ, ਤਾਂ ਕਿ ਇਨਾਮ ਤੁਸੀਂ ਪਾ ਜਾਓ। ਕਿਤੇ ਤੇਰਾ ਮੁਕਟ ਕੋਈ ਖੋ ਕੇ ਨਾ ਲੈ ਜਾਏ। ਤੁਸੀਂ ਕਿੱਦਾਂ ਦੌੜਦੇ? ਥੋੜਾ ਜਿਹਾ ਕਮੀਰ ਪੂਰੇ ਗੁੰਦੇ ਆਟੇ ਨੂੰ, ਛੋਟੇ ਛੋਟੇ ਪਾਪ ਜਿਹੜੇ ਆ ਉਹ ਕਿੱਦਾਂ ਆਉਂਦੇ ਆ? ਹਾਂਜੀ, ਸਹਿਜ ਨਾਲ ਵੜਦੇ ਦੇਖੇ ਕਦੀ? ਉਹਦਾ ਪੈਰ ਦਾ ਵੀ ਆਵਾਜ਼ ਹੌਲੀ ਦੇ ਨਾਲ ਕੇ ਤੁਹਾਡੇ ਪਿੱਛੇ ਖੜੇ ਹੋ ਗਏ। ਇਦਾਂ ਹੀ ਪਾਪ ਤੁਹਾਡੇ ਹੌਲੀ ਦੇ ਨਾਲ ਵਿਚਾਰਾਂ ਵਿੱਚੋਂ ਦੀ ਆਉਣਾ ਹੈ, ਤੁਹਾਡੇ ਅੰਦਰ ਪ੍ਰਵੇਸ਼ ਕਰ ਜਾਣਾ, ਤੁਹਾਨੂੰ ਪਤਾ ਵੀ ਨਹੀਂ। ਤੇ ਤੁਹਾਡੀ ਦੌੜ ਦੀ ਜਿਹੜੀ ਲਾਈਨ ਆ ਉਹ ਨਹੀਂ ਕਰ ਦੇਣੀ ਬਦਲ। ਅੱਜ ਬਹੁਤੇ ਵਿਸ਼ਵਾਸੀਆਂ ਦੀ ਲਾਈਨ ਬਦਲੀ ਹੋਈ। ਸੋ ਆਪਣੇ ਆਪ ਨੂੰ ਅੱਜ ਚੈੱਕ ਕਰੀਏ ਕਿ ਪਰਮੇਸ਼ਵਰ ਨੇ ਤੁਹਾਨੂੰ ਕਿਹੜੀ ਲਾਈਨ ਦਿੱਤੀ ਹੈ ਤੇ ਤੁਸੀਂ ਕਿਹੜੀ ਲਾਈਨ ਤੇ ਚੱਲਦੇ। ਅਗਰ ਤੁਸੀਂ ਪ੍ਰਭੂ ਵਾਲੀ ਲਾਈਨ ਤੇ ਆ ਤੇ ਸਤਰਕ ਰਹੀਏ, ਕਿਤੇ ਤੁਸੀਂ ਦੂਸਰੀ ਲਾਈਨ ਤੇ ਨਾ ਚਲੇ ਜਾਓ। ਅਗਰ ਦੂਸਰੀ ਲਾਈਨ ਤੇ ਆ ਤੇ ਮੇਰੀ ਬੇਨਤੀ ਆ ਜਾਓ ਆਪਣੀ ਦੱਸੀ ਹੋਈ ਲਾਈਨ ਤੇ, ਤਾਂ ਕਿ ਤੁਸੀਂ ਆਪਣੇ ਇਨਾਮ ਨੂੰ ਪਾਓ। प्रियो, खुदा ਤੁਹਾਨੂੰ ਬਰਕਤ ਦੇਵੇ। ਆਪਣੀਆਂ ਅੱਖਾਂ ਨੂੰ ਬੰਦ ਕਰਾਂਗੇ। ਹਾਲੇਲੂਇਆ।